मैं अपने गुरुदेव परमात्मा सावन कृपाल ਦੇ ਚਰਨਾਂ ਵਿੱਚ ਨਮਸਕਾਰ ਕਰਦਾ ਹਾਂ, ਜਿਨ੍ਹਾਂ ਨੇ ਸਾਨੂੰ ਆਪਣਾ ਜਸ਼ ਕਰਨ ਦਾ ਮੌਕਾ ਦਿੱਤਾ ਹੈ। ਇਸ ਗਰੀਬ ਆਤਮਾ ਤੇ ਆਪਣੀ ਦਇਆ ਕੀਤੀ, ਮਿਹਰ ਕੀਤੀ ਹੈ। ਤੁਹਾਡੇ ਅੱਗੇ ਅੱਜ ਗੁਰੂ ਨਾਨਕ ਸਾਹਿਬ ਦਾ ਛੋਟਾ ਜਿਹਾ ਸ਼ਬਦ ਰੱਖਿਆ ਜਾਂਦਾ ਹੈ। ਕੱਲ ਮੈਂ ਸਵਾਮੀ ਜੀ ਮਹਾਰਾਜ ਦੀ ਬਾਣੀ ਤੇ ਸਤਸੰਗ ਕੀਤਾ ਸੀਗਾ। ਉਹਨਾਂ ਨੇ ਵੀ ਸਾਨੂੰ ਬੜੇ ਪਿਆਰ ਨਾਲ ਸਵਾਮੀ ਜੀ ਨੇ ਦੱਸਿਆ ਸੀ ਕਿ ਦੁਨੀਆ ਦੇ ਵਿੱਚ ਕਿਹੜੀ ਚੀਜ਼ ਦੁਰਲੱਭ ਹੈ, ਕਿਹੜੀ ਵਸਤੂ ਹੈ ਜਿਹੜੀ ਉਹ ਦੁਰਲੱਭ ਹੈ। ਆਪ ਨੇ ਦੱਸਿਆ ਕਿ ਸਤਿਗੁਰੂ ਦੁਰਲੱਭ ਹੈ। ਕਿਹੜਾ ਸਤਿਗੁਰੂ? ਜੋ ਸ਼ਬਦ ਸਰੂਪੀ ਸ਼ਬਦ ਅਭਿਆਸੀ ਹੈ, ਜੋ ਮਨ ਇੰਦਰੀਆਂ ਦੀ ਗੁਲਾਮੀ ਤੋਂ ਉੱਪਰ ਉੱਠ ਕੇ ਆਪਣੀ ਆਤਮਾ ਤੋਂ ਅਸਥੂਲ, ਸੂਖਸ਼ਮ, ਕਾਰਨ ਤਿੰਨੇ ਪੜਦੇ ਲਾ ਕੇ ਬ੍ਰਹਮ ਪਾਰ ਬ੍ਰਹਮ ਤੋਂ ਉੱਪਰ ਆਪਣੀ ਆਤਮਾ ਨੂੰ ਲਿਜਾ ਕੇ ਸਹਿਜ ਅਵਸਥਾ ਪ੍ਰਾਪਤ ਕਰ ਚੁੱਕਿਆ ਹੈ। ਤੋ ਅੱਜ ਸਵਾਮੀ ਜੀ ਮਹਾਰਾਜ ਵੀ ਕਹਿੰਦੇ ਹੈ ਕਿ ਅਸੀਂ ਦੁਨੀਆਦਾਰ ਜੀਵ ਜਿਤਨੇ ਵੀ हैं ਵਿਸ਼ੇ ਵਿਕਾਰਾਂ ਦੇ ਵਿੱਚ ਪੈ ਕੇ ਆਪਣੇ ਆਪ ਨੂੰ ਭੁੱਲ ਚੁੱਕੇ ਹਾਂ, ਆਪਣੇ ਅਸਲੇ ਨੂੰ ਭੁੱਲ ਚੁੱਕੇ ਹਾਂ। ਸਾਡਾ ਅਸਲਾ ਉਹੀ ਹੈ ਜੋ ਪਰਮਾਤਮਾ ਦਾ ਹੈ। ਪਰਮਾਤਮਾ ਇੱਕ ਸਮੁੰਦਰ ਹੈ, ਆਤਮਾ ਉਸ ਦੀ ਸ਼ਬਦ ਉਸ ਦੀ ਲਹਿਰ ਹੈ, ਆਤਮਾ ਉਸ ਦੀ ਬੂੰਦ ਹੈ। ਸਮੁੰਦਰ ਵੀ ਪਾਣੀ ਹੈ, ਸ਼ਬਦ ਜੋ ਲਹਿਰ ਹੈ ਉਹ ਵੀ ਪਾਣੀ ਹੈ, ਜੋ ਬੂੰਦ ਹੈ ਉਹ ਵੀ ਪਾਣੀ ਹੈ। ਫਰਕ ਸਿਰਫ ਵਿਛੋੜੇ ਦਾ ਹੈ। ਜਿਤਨਾ ਚਿਰ ਉਹ ਸਮੁੰਦਰ ਤੋਂ ਅਲੱਗ ਹੈ ਉਤਨਾ ਚਿਰ ਉਹ ਕਤਰਾ ਕਹਾਉਂਦਾ ਹੈ, ਬੂੰਦ ਕਹਾਉਂਦੀ ਹੈ। ਜਦ ਉਹ ਲਹਿਰ ਦੇ ਸਪੁਰਦ ਹੋ ਜਾਂਦੀ ਹੈ, ਲਹਿਰ ਜੋ ਹੈ ਉਹਨੂੰ ਲੈ ਕੇ ਸਮੁੰਦਰ ਦੇ ਵਿੱਚ ਹੀ ਬੈਠ ਜਾਂਦੀ ਹੈ। ਤੋ ਸਾਡੀ ਆਤਮਾ ਤਾਂ ਪਿਓਰ ਸੀ, ਪਵਿੱਤਰ ਸੀ, ਲੇਕਿਨ ਇਸ ਨੇ ਮਨ ਦਾ ਸਾਥ ਲੈ ਕੇ ਅਤੀ ਗੰਦੀ ਔਰ ਮੈਲੀ ਹੋ ਗਈ ਹੈ। ਜਿਸ ਤਰ੍ਹਾਂ ਮੈਂ ਦੱਸਦਾ ਹੁੰਦਾ ਕਿ ਜਦੋਂ ਪਾਣੀ ਬੱਦਲਾਂ ਦੇ ਵਿੱਚੋਂ ਜ਼ਮੀਨ ਦੇ ਉੱਤੇ ਗਿਰਦਾ ਹੈ ਉਹ ਕਿਤਨਾ ਸਾਫ਼ ਹੁੰਦਾ ਹੈ, ਸੁਥਰਾ ਹੁੰਦਾ ਹੈ। ਜਦ ਉਹ ਜ਼ਮੀਨ ਤੇ ਆ ਜਾਂਦਾ ਹੈ ਜਿੱਥੇ ਕਿ ਚਿੱਕੜ ਹੈ, ਗੰਦ ਵਗੈਰਾ ਪਿਆ ਹੈ, ਉਹਦੇ ਵਿੱਚੋਂ ਵੀ ਬਦਬੂ ਆਉਣੀ ਸ਼ੁਰੂ ਹੋ ਜਾਂਦੀ ਹੈ। ਪਾਣੀ ਆਪਣੇ ਆਪ ਨੂੰ ਉਹ ਗੰਦੀ ਸਮਝਣਾ ਸ਼ੁਰੂ ਕਰ ਦਿੰਦਾ ਹੈ। ਜਦ ਉਸ ਨੂੰ ਸੂਰਜ ਦੀ ਤਪਸ਼ ਮਿਲਦੀ ਹੈ ਉਹ ਬੁਖਾਰਾਤ ਬਣ ਕੇ ਉੱਡਦਾ ਹੈ, ਸਿੱਧਾ ਜਾ ਕੇ ਬੱਦਲਾਂ ਵਿੱਚ ਸਮਾ ਜਾਂਦਾ ਹੈ। ਫਿਰ ਉਸ ਨੂੰ ਸਮਝ ਆਉਂਦੀ ਹੈ ਕਿ ਮੇਰਾ ਪਹਿਲਾਂ ਵੀ ਅਸਲਾ ਜੋ ਸੀ ਉਹ ਬੱਦਲ ਸਨ, ਮੈਂ ਆਪਣੇ ਅਸਲੇ ਵਿੱਚ ਆ ਕੇ ਸਮਾ ਗਿਆ ਹੈ, ਮੈਂ ਹੁਣ ਵੀ ਬੱਦਲ ਸੀ, ਬੱਦਲ ਹੈ। ਇਸੇ ਤਰ੍ਹਾਂ ਸਾਡੀ ਆਤਮਾ ਉਸ ਪਰਮਾਤਮਾ ਤੋਂ ਵਿਛੜ ਕੇ ਅਨੇਕਾਂ ਇਹਨੇ ਮਾਤਾ ਪਿਤਾ ਬਣਾਏ, ਅਨੇਕਾਂ ਭੈਣ ਭਰਾ ਬਣਾਏ, ਕਦੇ ਕਿਸੇ ਸਮਾਜ ਦੇ ਵਿੱਚ ਜਨਮ ਲਿਆ, ਕਦੇ ਕਿਸੇ 'ਚ ਜਾ ਕੇ ਜਨਮ ਲਿਆ ਹੈ। ਜਦ ਇਨਸਾਨ ਦਾ ਜਾਮਾ ਮਿਲਦਾ ਹੈ, ਅਗਰ ਗੁਰੂ ਮਿਲ ਜਾਂਦਾ ਹੈ, ਨਾਮ ਮਿਲ ਜਾਂਦਾ ਹੈ, ਉਹ ਬੇੜਾ ਪਾਰ ਹੈ। ਜਦੋਂ ਇਹ ਫੇਰ ਜਾ ਕੇ ਉਸੇ ਸ਼ਬਦ ਨਾਮ ਦੇ ਵਿੱਚ ਮਿਲ ਜਾਂਦੀ ਹੈ, ਫਿਰ ਇਸ ਨੂੰ ਪਤਾ ਲੱਗਦਾ ਹੈ ਕਿ ਦੁਨੀਆ ਦੀਆਂ ਜੋ ਲਜਤਾਂ ਸਨ, ਸ਼ਰਾਬਾਂ ਕਬਾਬਾਂ ਦੀਆਂ, ਵਿਸ਼ੇ ਵਿਕਾਰਾਂ ਦੀਆਂ, ਉਹ ਸਾਰੀਆਂ ਫਿੱਕੀਆਂ ਸਨ। ਸੱਚੀ ਲਜਤ ਔਰ ਸੱਚੀ ਜੋ ਇੱਜ਼ਤ ਸੀ ਉਹ ਤਾਂ ਮੈਨੂੰ ਮੇਰੇ ਘਰ 'ਚ ਹੀ ਮਿਲੀ ਹੈ। ਸਾਨੂੰ ਪਤਾ ਹੈ ਕਿ ਆਪਾਂ ਆਪਣੇ ਘਰ ਤੋਂ ਕਿਤਨਾ ਵੀ ਬਾਹਰ ਦੌੜੇ ਫਿਰੀਏ, ਜੋ ਜ਼ਿੰਦਗੀ ਆਰਾਮ ਦੀ 4 ਦਿਨ ਆਪਦੇ ਘਰ ਵਿੱਚ ਹੈ ਉਹ ਪਰਾਏ ਘਰਾਂ 'ਚ ਨਹੀਂ। ਬੇਸ਼ੱਕ ਉੱਥੇ ਕਿਤਨੇ ਵੀ ਅਸੀਂ ਸੁੱਖ ਦੇ ਸਾਧਨ ਕਿਉਂ ਨਾ ਬਣਾ ਲਈਏ, ਫਿਰ ਵੀ ਸਾਡੇ ਦਿਲ ਦੇ ਅੰਦਰ ਇੱਕ ਐਸਾ ਹਿੱਸਾ ਹੋਏਗਾ ਕਿ ਜਿਹੜਾ ਉਹ ਪੁਰਾਣੇ ਘਰ ਦੀ ਯਾਦ ਬਣਾਈ ਰੱਖਦਾ ਹੈ। ਤੋ ਆਤਮਾ ਦਾ ਘਰ ਕਿਹੜਾ ਹੈ? ਉਹ ਸੱਚਖੰਡ। ਉਹ ਸੱਚਖੰਡ ਦੇ ਵਿੱਚੋਂ ਇਹ ਇਸ ਫਨਾਹ ਦੇਸ਼ ਦੇ ਵਿੱਚ ਆ ਗਈ ਹੈ।
इत्थे फना घर अनेकां वारी, पता नहीं किन्नी क वारी इसने बड़े बड़े महल बनाए होंगे, कितनी वारी इन्हें झोपड़ियां बनाईया होंगियां, कितने वारी जानवर बन के इसने आलने बना के रही होगी। सो फिर भी किते ना किते आत्मा तुसी देख लो, अगर दुनिया का सारा कुछ ही धन दौलत सानू मिल जावे, फिर भी असी साडे दिल अंदर कोई खुसू खुसू लगे ही रहिंदा है। वो केड़ी चीज है जेड़ी अंदर ऐसी सोचती है हर टाइम? वो साडी आत्मा है। क्योंकि जब तक ये अपने घर वापस सचखंड नहीं जांदीगी, उतना चिर इसमें शांति नहीं, तृप्ति नहीं, और वो जब तक तृप्ति और शांति नहीं आउंदीगी, ਇਹਦੇ अंदर जो खुसू खुसू लगी हुई है कि मेरी कोई वस्तु केड़ी है जेड़ी गुम है, उतना चिर ही है। गुरु नानक कहते हैं, जो घर छड़ गवावना सो लगा मन माहे, जिथे जाए तुझ वरतना तिसकी चिंता ना है। इत्थे आपां रहन वास्ते, रहन बसेरे वास्ते कितने अच्छे अच्छे घर बनाने हैं, उहदे विच कितना अच्छा अच्छा फर्नीचर फिट करते हैं, लेकिन कदे दिल विच ख्याल आया है कि पता नहीं इस दे विचों कद असी बिस्तर झाड़ के उठ खड़ना है, कद सानू बुलावा पै जाना है। सो इस वास्ते इन्हां घरां दा सानू फिक्र लग्या है, बनाउण लगे हैं, तो जो असली घर है उसनू आत्मा भुल चुकी है। तो गुरु नानक देव जी महाराज इस शब्द दे विच सानू बड़े प्यार नाल कहंदे हैं कि बिख बोए था लादिया दिया समुंद मजार। आ प्यार नाल कहंदे है, बोएथा कहंदे जहाज नू, और आप कहंदे हैं असी इस दुनिया दे विच आके जद भी जन्म लिया, विषे बकार भैड़े खोटे कर्म करके इस मन की किश्ती दे अंदर भर ले है, और उस समुद्र दे विच असी गोते खा रहे हैं, ना जिसकी गहराई का पता है, ना इसकी चौड़ाई का पता है। और आप कहते हैं कोई नहीं कह सकता कि दुनिया कद दी बनी है। जद गुरु नानक नू सिद्धा ने पूछया कि दुनिया कद पैदा हुई है, वो कह लगे तिथवार ना जोगी जाने रुत महा न कोय, जा करता सेठी को साजे ते अपे जाना सोए। वो कह लगे ना योगियां नू पता है कि दुनिया कद वो प्रभु ने बनाई, परमात्मा ने बनाई, ना सिद्धा नू पता है, ना पंडित लोगों ने कोई तरीक पाई है। अगर तरीक पाई हुंदी तो सानू वेदां दे विचों वो तिथ वगैरह लभ पैंदी, प्राणा दे विचों लभ पैंदी। ना कुरान दे अंदर कोई तिथ लिखी है कि परमात्मा ने कद संसार पैदा किया है। तो गुरु नानक साहब कहंदे, जां करता सृष्टि को साजे आपे जाना सोए। ये तो जिसने दुनिया पैदा की है वही परमात्मा जानता है। सो असी कह नहीं सकते कि सानू करोड़ां युग हो गए या इस तो भी ज्यादा हो गया है इस संसार दे विच गोते खांदियां नू। ये सबूत है कि असी इस दुनिया दे विच अज हाजरी ना लवाउंदे, इत्थे ना बैठे हुंदे, जे सानू किसी भी जन्म दे अंदर कोई पूरे सतगुरु दा मिलाप होया हुंदा, पूरा नाम मिलिया हुंदा। सो इस वास्ते आप गुरु नानक देव जी महाराज का शब्द गौर ना सुनो, सानू बड़े प्यार नाल समझाउंदे है। सिर्फ समझाउंदे ही नहीं हुंदे महात्मा, वो सानू इहदे विचों निकलण दा साधन और तरीका भी दसदे है जी। मारू महला पहला, संतों की बाणी, पन्ना 203। देख बोए था लादिया दिया समुंद मंझार, देख बोए था लादिया दिया समुंद मंझार, अंधी दिस ना आवई ना और वार
ਨਾਨਕ ਦੇਵ ਜੀ ਮਹਾਰਾਜ ਕਹਿੰਦੇ ਹੈ, ਅਸੀਂ ਪੁੰਨਾਂ ਔਰ ਪਾਪਾਂ ਦਾ ਭਾਰ ਇਸ ਸਮੁੰਦਰ, ਇਸ ਜਹਾਜ਼ ਦੇ ਅੰਦਰ, ਬੇੜੇ ਦੇ ਅੰਦਰ ਭਰ ਰਹੇ हैं। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਹੈ, ਕਰਮ ਧਰਮ ਪਾਖੰਡ ਜੋ ਦਿਸੈ, ਤਿਸ ਜਨ ਜੋ ਬਾਤੀ ਲੂਟੈ। ਸੰਤ ਕਹਿੰਦੇ ਹੈ ਕਿ ਬੇਸ਼ੱਕ ਤੁਸੀਂ ਕਿੰਨੇ ਵੀ ਨੇਕ ਕਰਮ ਕਰ ਲਓ, ਉਹਦੇ ਨਾਲ ਤੁਸੀਂ ਦੇਹ ਦੇ ਬੰਧਨਾਂ ਚੋਂ ਆਜ਼ਾਦ ਨਹੀਂ ਹੋ ਸਕਦੇ। ਇਹ ਨਹੀਂ ਕਿ ਜਿਹੜੇ ਅਸੀਂ ਨੇਕ ਕਰਮ ਕਰਦੇ ਹਾਂ, ਪੁੰਨ ਦਾਨ ਕਰਦੇ ਹਾਂ, ਉਹਦਾ ਕੁਝ ਮਿਲਦਾ ਨਹੀਂਗਾ। ਨਹੀਂ, ਉਹ ਕੀ ਮਿਲਦਾ ਹੈ ਕਿ ਅਸੀਂ ਝੌਂਪੜੀ ਚੋਂ ਬਿਸਤਰਾ ਉਠਾ ਕੇ ਮਹੱਲ ਵਿੱਚ ਲਾ ਲੈਂਦੇ ਹਾਂ ਔਰ ਛੇੜ ਸ਼ਾਹੂਕਾਰ ਬਣ ਕੇ ਆ ਜਾਂਦੇ ਹਾਂ। ਦੁਨੀਆ ਦੀ ਹਕੂਮਤ ਦੀ ਬਾਗਡੋਰ ਮਿਲ ਜਾਂਦੀ ਹੈ। ਬੇਸ਼ੱਕ ਅਸੀਂ ਸਵਰਗਾਂ ਦੇ ਵਿੱਚ ਚਲੇ ਜਾਂਦੇ ਹਾਂ, ਤਨ ਔਰ ਮਨ ਦਾ ਪਿੰਜਰਾ ਉੱਥੇ ਵੀ ਹੈ। ਜਿੱਥੇ ਤਨ ਦਾ ਪਿੰਜਰਾ ਹੈ, ਜਿੱਥੇ ਮਨ ਲੱਗਿਆ ਹੈ, ਉੱਥੇ ਸ਼ਾਂਤੀ ਕਿੱਥੇ? ਕਿਉਂਕਿ ਸਵਰਗਾਂ ਦੀਆਂ ਤੁਸੀਂ ਪ੍ਰਾਣਾਂ ਦੇ ਅੰਦਰ ਕਹਾਣੀਆਂ ਪੜ੍ਹ ਕੇ ਦੇਖ ਲਓ ਕਿ ਉੱਥੋਂ ਦੇ ਦੇਵੀ ਦੇਵਤਿਆਂ ਨੂੰ ਸ਼ਾਂਤੀ ਨਹੀਂ। ਅਗਰ ਉਹ ਸ਼ਾਂਤੀ ਹੁੰਦੀ, ਤ੍ਰਿਪਤ ਹੁੰਦੀ, ਤਾਂ ਉਹ ਇਨਸਾਨੀ ਜਾਮੇ ਨੂੰ ਕਿਉਂ ਲੋਚ ਦੇਵੇ? ਅਸੀਂ ਕਹਿੰਦੇ ਹਾਂ ਕਿ ਸ਼ਾਇਦ ਦੇਵਤੇ ਸਾਥੋਂ ਚੰਗੇ ਹੈ, ਲੇਕਿਨ ਕਬੀਰ ਸਾਹਿਬ ਕਹਿੰਦੇ, ਇਸ ਦੇਹੀ ਕੋ ਸਿਮਰੇ ਦੇਵ, ਸਾ ਦੇਹੀ ਭਜ ਹਰ ਕੀ ਸੇਵ। ਭਜੋ ਗੋਬਿੰਦ ਭੂਲ ਮਤ ਜਾਓ, ਤੇ ਮਾਨਸ ਜਨਮ ਕਾ ਇਹੀ ਲਾਹੋ। ਉਹ ਕਹਿੰਦੇ ਆ, ਕਾਸ਼ ਕਿ ਸਾਨੂੰ ਵੀ ਹੁਣ ਇਨਸਾਨ ਦਾ ਜਾਮਾ ਮਿਲੇ, ਅਸੀਂ ਵੀ ਨਾਮ ਭਗਤੀ ਕਰੀਏ। ਮਾਨਸ ਜਾਮੇ ਦਾ ਇਹੀ ਲਾਹਾ ਹੈ, ਪਹਿਲਾਂ ਜੋ ਗਲਤੀ ਹੋ ਗਈ, ਤਾਂ ਹੁਣ ਅਸੀਂ ਗੁਰੂ ਭਗਤੀ ਕਰੀਏ। ਇਹ ਦੇਵੀ ਦੇਵਤਿਆਂ ਨੂੰ ਉਸ ਵੇਲੇ ਪਤਾ ਲੱਗਦਾ ਹੈ, ਪਛਤਾਵਾ ਹੁੰਦਾ ਹੈ, ਜਦ ਅਭਿਆਸੀ ਸਤਸੰਗੀ ਇਹਨਾਂ ਮੰਡਲਾਂ ਦੇ ਵਿੱਚ ਦੀ ਅੱਗੇ ਜਾਂਦਾ ਹੈ ਆਪਦੇ ਘਰ ਸੱਚਖੰਡ ਨੂੰ। ਕਿਉਂਕਿ ਸਵਰਗਾਂ ਬਕੁੰਠਾਂ ਦੀ ਵੀ ਬੁਨਿਆਦ ਹੈ। ਅਸਥੂਲ ਦੁਨੀਆ ਨਾਲ ਸੂਖਸ਼ਮ ਦੀ ਜ਼ਿਆਦਾ ਬੁਨਿਆਦ ਹੈ, ਲੇਕਿਨ ਆਉਣਾ ਫੇਰ ਪੈਂਦਾ ਹੈ। ਜਿਵੇਂ ਆਪਾਂ ਫਸਟ ਟ੍ਰੇਨ ਦੇ ਵਿੱਚ ਸਫ਼ਰ ਕਰ ਲਈਏ ਜਾਂ ਫਸਟ ਕਲਾਸ ਦੇ ਹਵਾਈ ਜਹਾਜ਼ ਵਿੱਚ ਸਫ਼ਰ ਕਰ ਲਈਏ ਜਾਂ ਥਰਡ ਕਲਾਸ ਦੇ ਵਿੱਚ ਕਰੀਏ, ਤਾਂ ਫਸਟ ਦਾ ਔਰ ਥਰਡ ਦਾ ਫਰਕ ਰਹਿੰਦਾ ਹੈ। ਇਸ ਵਾਸਤੇ ਸਵਰਗਾਂ ਦੇ ਵਿੱਚ ਸੂਖਸ਼ਮ ਦੁਨੀਆ ਹੈ, ਸੂਖਸ਼ਮ ਭੋਗ ਹੈ। ਅਸਥੂਲ ਨਾਲੋਂ ਉੱਥੋਂ ਦੀ ਬੁਨਿਆਦ ਜ਼ਿਆਦਾ ਹੈ, ਲੇਕਿਨ ਮੌਤ ਪੈਦਾਇਸ਼ ਉੱਥੇ ਵੀ ਹੈ, ਹੀਰ ਖੌਰ ਜਲਨ ਉੱਥੇ ਵੀ ਹੈ। ਤੋ ਜਿਸ ਵੇਲੇ ਸੰਤਾਂ ਦੇ ਸਤਸੰਗੀ ਅਭਿਆਸ ਕਰਕੇ ਇਹਨਾਂ ਮੰਡਲਾਂ ਦੇ ਵਿੱਚ ਜਾਂਦੇ ਹੈ, ਉਦੋਂ ਇਹ ਆਤਮਾ ਸਤਸੰਗੀਆਂ ਦੇ ਅੱਗੇ ਬੜਾ ਹੀ ਤਰਲੇ ਔਰ ਮਿੰਨਤਾਂ ਕਰਦੀਆਂ ਹਨ ਕਿ ਤੁਸੀਂ ਆਪਣੇ ਗੁਰੂ ਨੂੰ ਕਹੋ ਕਿ ਸਾਡੇ ਉੱਤੇ ਵੀ ਕਿਰਪਾ ਕਰਨ। ਜਿਹੜੇ ਸਤਸੰਗੀ ਅੰਦਰ ਜਾਂਦੇ ਹੈ, ਉਹਨਾਂ ਨੂੰ ਪਤਾ ਹੈ। ਇਸੇ ਵਾਸਤੇ ਸੰਤਾਂ ਨੇ ਆਪਣੇ ਸੇਵਕਾਂ ਨੂੰ ਇਹਨਾਂ ਦਾ ਲਾਲਚ ਨਹੀਂ ਦਿੱਤਾਗਾ, ਨਾ ਇਹਨਾਂ ਦਾ ਸਵਰਗ ਕੋਈ ਇਸ਼ਟੀ ਬਣਾਇਆ ਹੈ। ਬਲਕਿ ਕਬੀਰ ਸਾਹਿਬ ਕਹਿੰਦੇ ਆ, ਕਿਆ ਨਰਕ ਕਿਆ ਸਵਰਗ, ਸੰਤਨ ਦੋ ਇਰਾਦੇ, ਹਮ ਕਾਹੂ ਕੀ ਕਾਣ ਨਾ ਕੱਢਦੇ ਤੇ ਆਪਣੇ ਗੁਰ ਪ੍ਰਸਾਦੇ। ਉਹ ਕਹਿਣ ਲੱਗੇ, ਨਾ ਤਾਂ ਸੰਤ ਨਰਕਾਂ ਦਾ ਡਰ ਪਾ ਕੇ ਸੇਵਕਾਂ ਤੋਂ ਭਗਤੀ ਕਰਾਉਂਦੇ ਹੈ। ਡਰਦਿਆਂ ਮਾਰਾ ਭਗਤੀ ਤਾਂ ਇਸ ਤਰ੍ਹਾਂ ਹੁੰਦੀ ਹੈ ਜਿਵੇਂ ਸਾਡੇ ਉੱਥੇ ਰਾਜਸਥਾਨ ਦੇ ਅੰਦਰ ਲੋਕ ਗੁੱਗੇ ਦੀ ਸੱਪ ਦੀ ਪੂਜਾ ਕਰਦੇ ਹੈ। ਉਹ ਸੱਪ ਦੀ ਪੂਜਾ ਕਰਨ ਵਾਲੇ ਕੋਈ ਇਹ ਨਹੀਂ ਕਿ ਉਹਨਾਂ ਦਾ ਉਹਦੇ ਨਾਲ ਪਿਆਰ ਹੁੰਦਾ ਹੈ, ਤਾਂ ਪਿਆਰੇ ਸਿਰਫ ਉਸ ਦੇ ਜ਼ਹਿਰ ਤੋਂ ਡਰਦੇ ਮਾਰੇ, ਡੰਗ ਤੋਂ ਡਰਦੇ ਮਾਰੇ ਉਹਦੀ ਪੂਜਾ ਕਰਦੇ ਹੈ। ਜੇ ਉਹਨਾਂ ਨੂੰ ਆਖੀਏ ਕਿ ਪਿਆਰਿਓ ਤੁਸੀਂ ਇਸ ਤੋਂ ਗੁਰੂ ਮੰਤਰ ਤਾਂ ਲਓ, ਤੁਹਾਨੂੰ ਇਸੇ ਟਾਈਮ ਹੀ ਅੱਗੇ ਦੀ ਟਿਕਟ ਦੇ ਦੇਗਾ। ਮੇਰਾ ਚਸ਼ਮਦੀਦ ਵਾਕਿਆ ਹੈ, ਇੱਕ ਘਰ ਦੇ ਲੋਕ
ਮੀਆਂ ਬੀਬੀ ਸੱਪ ਦੀ ਪੂਜਾ ਕਰਨ ਤੁਰੇ। ਜਦੋਂ ਘਰੋਂ ਉਹਦਾ ਸਮਾਨ ਲੈ ਕੇ ਤੁਰੇ, ਅੱਗੇ ਸੱਪ ਨੇ ਦਰਸ਼ਨ ਦੇ ਦਿੱਤੇ ਤਾਂ ਉਹਨਾਂ ਨੇ ਸੋਟਿਆਂ ਨਾਲ ਕੁੱਟ ਕੇ ਮਾਰਤਾ। ਹੁਣ ਤੁਸੀਂ ਦੇਖ ਲਓ ਕਿ ਉਹਨਾਂ ਨੂੰ ਕਿਤਨਾ ਕੁ ਲਗਾਓ ਹੈ ਉਹਦੇ ਨਾਲ, ਕਿਤਨਾ ਕੁ ਪਿਆਰ ਹੁੰਦਾ ਹੈ। ਤਾਂ ਸੰਤ ਆਪ ਦੇ ਸੇਵਕਾਂ ਨੂੰ ਨਾ ਨਰਕਾਂ ਦਾ ਡਰ ਪਾਉਂਦੇ ਹੈ, ਨਾ ਸਵਰਗਾਂ ਦਾ ਲਾਲਚ ਹੀ ਦਿੰਦੇ ਹੈ। ਉਹ ਤਾਂ ਦੋਨਾਂ ਨੂੰ ਹੀ ਕਹਿੰਦੇ ਆ, ਦੇਖ ਪਿਆਰਾ ਤੇਰਾ ਰਸਤਾ ਅੱਗੇ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸੇਵਕ ਹੋਇਆ ਭਾਈ ਤਿਲਕਾ, ਗੜ੍ਹ ਸ਼ੰਕਰ ਦੇ ਅੰਦਰ। ਉੱਥੇ ਇੱਕ ਯੋਗੀ ਨੇ ਤਪ ਕੀਤਾ, ਐਲਾਨ ਕਰ ਦਿੱਤਾ ਕਿ ਜਿਹੜਾ ਮੇਰਾ ਕੋਈ ਇੱਕ ਵਾਰੀ ਦਰਸ਼ਨ ਕਰੇਗਾ ਉਹ ਸਵਰਗਾਂ ਨੂੰ ਜਾਏਗਾ 1 ਸਾਲ ਵਾਸਤੇ। ਹੁਣ ਸਾਨੂੰ ਪਤਾ ਹੈ ਕਿ ਜਦੋਂ ਇਤਨੇ ਸਸਤੇ ਸਵਰਗ ਮਿਲ ਜਾਣ, ਫਿਰ ਕੌਣ ਹੈ ਕਿ ਜਿਹੜਾ ਕੋਈ ਦੇਰ ਕਰੇ। ਦੁਨੀਆ ਬੜਾ ਹੀ ਵਾਜੇ ਗਾਜੇ ਵਜਾ ਕੇ ਉਧਰ ਨੂੰ ਚੱਲੇ। ਤਾਂ ਭਾਈ ਤਿਲਕਾ ਜਿਹੜਾ ਸੀਗਾ, ਜਦੋਂ ਉਹਨੇ ਸ਼ੋਰ ਸੁਣਿਆ, ਕਿਉਂਕਿ ਸਾਰੇ ਦਰਸ਼ਨ ਕਰ ਗਏ ਸੀ, ਸਿਰਫ ਇੱਕ ਉਹ ਭਾਈ ਤਿਲਕਾ ਨਾ ਆਇਆ। ਜਦ ਯੋਗੀ ਨੇ ਪੁੱਛਿਆ ਭਈ ਸਾਰੇ ਲੋਕ ਦਰਸ਼ਨ ਕਰ ਗਏ ਹੈ, ਉਹ ਕਹਿੰਦੇ ਹਾਂ ਜੀ, ਹੋਰ ਤਾਂ ਸਾਰੇ ਕਰ ਗਏ ਪਰ ਇੱਕ ਤਿਲਕਾ ਨਹੀਂ ਆਇਆ। ਹੁਣ ਜੋ ਅਡੰਬਰ ਜੋਗੀ ਨੇ ਕੀਤਾ ਸੀ, ਉਹ ਸਾਰਾ ਭਾਈ ਤਿਲਕੇ ਦੇ ਵਾਸਤੇ ਕਰਿਆ ਸੀ ਕਿ ਇਹ ਗੁਰੂ ਵਾਲਾ ਪਾਸਾ ਛੱਡ ਦੇਵੇ, ਕਿਉਂਕਿ ਇਹ ਲੋਕਾਂ ਨੂੰ ਪ੍ਰੇਰ ਕੇ ਗੁਰੂ ਤੋਂ ਨਾਮ ਦਿਵਾਉਂਦਾ ਹੈ। ਜਿਹੜਾ ਉਥੋਂ ਨਾਮ ਲੈ ਲੈਂਦਾ ਹੈ, ਉਹ ਮੇਰੀ ਦੁਕਾਨਦਾਰੀ ਦੇ ਵਿੱਚ ਫਰਕ ਪੈ ਜਾਂਦਾ ਹੈ। ਇਸ ਵਾਸਤੇ ਉਹ ਖੁਦ ਹੀ ਵਾਜੇ ਗਾਜੇ ਵਜਾ ਕੇ ਉਧਰ ਨੂੰ ਚੱਲੇ ਵੀ ਆਪਾਂ ਹੀ ਚੱਲ ਕੇ ਉਸ ਨੂੰ ਦਰਸ਼ਨ ਦਿੰਨੇ ਹੈ। ਉਸ ਨੇ ਸੁਣਿਆ ਕਿ ਵੀ ਇੱਕ ਖੜਾਕ ਕਾਹਦਾ ਹੈ, ਸ਼ੋਰ ਕਾਹਦਾ ਹੈ। ਇਹ ਕਿ ਜੀ ਯੋਗੀ ਨੇ ਤਪ ਕੀਤਾ ਹੈ, ਉਸ ਨੇ ਕਿਹਾ ਹੈ, ਔਰ ਇਹ ਸਾਰੇ ਲੋਕ तेरी तरफ आ रहे हैं। अगे भाई तिलके ने बूहा बंद कर लिया, चुप करके अंदर आपदे अभ्यास ते भजन ते बैठ गया। योगी ने बड़ियां आवाजां मारियां, पहला सेवका ने आवाजां मारियां कि भाई योगी तो तेरे ते बड़ा दयालु है, घरे दर्शन देन आया है। वो कहता भी जब मैं स्वर्गां नूं नहीं जाना, वो कहता भी होरां वास्ते तो 1 साल है पर तेरे वास्ते 2 साल। वो कहता मैं सचखंड जाना है, मेरा स्वर्गां दा की मतलब है। इथों तक इतिहास के अंदर लिखा है कि वो योगी ने उस सिख के भरोसे नूं देख के जाके गुरु अर्जन देव तो नामदान प्राप्त किया। सो इस वास्ते जदों अभ्यासी रूहां आत्मा उथों दी गुजरदियां हन, वो देवी देवते भी तरले करते हैं। सो इस वास्ते आप कहते हैं कंदी दिस नावे ना और कोई ये समुंदर दा ना उरले किनारे दा पता है, ना परले दा, ना गहराई दा। तो साडी जिहड़ी किश्ती है ये डगमगा रही है। अंधी दिस ना आवई ना और वार नाम पार, पंजी हाथ ना खेवटू जल सागर असराल। हुण दुनिया दे जहाज दे नाल कप्तान हुंदा है और बेड़ी दे नाल मलाह हुंदा है, लेकिन जो साडी बेड़ी है, साडा जहाज है, उहदे नाल ना कोई कप्तान है, ना कोई मलाह है, ना उस मलाह दे हाथ विच कोई चप्पू है, वांस है कि जेड़ा किश्ती नूं वो जहाज नूं सीधा तोड़ सके। जिधरों हवा आई दूजे पासे नूं उठ गई, कदे वो किश्ती जिधरों हवा आई दूजे पासे नूं उठ गई है। पंजी हाथ ना खेवटू जल सागर असराल,
ਬਾਬਾ ਜਗ ਪਾਥਾ ਮਹਜਾਲ, ਬਾਬਾ ਜਗ ਪਾਥਾ ਮਹਜਾਲ। ਹੁਣ ਗੁਰੂ ਨਾਨਕ ਦੇਵ ਜੀ ਮਹਾਰਾਜ ਬੜਾ ਹੀ ਸਾਡੇ ਤੇ ਤਰਸ ਖਾ ਕੇ ਕਹਿੰਦੇ ਹੈ ਕਿ ਇਹ ਸਾਰਾ ਜਗ, ਇਹ ਨਹੀਂ ਕਿ ਕੱਲੇ ਅਮਰੀਕਾ ਨੂੰ ਕਿਹਾ ਹੈ ਜਾਂ ਯੂਰਪ ਦੇ ਦੇਸ਼ਾਂ ਨੂੰ ਕਿਹਾ ਹੈ ਜਾਂ ਹਿੰਦੁਸਤਾਨੀਆਂ ਨੂੰ ਕਿਹਾ ਹੈ। ਦੋ ਕਿਸਮ ਦਾ ਜਾਲ ਹੁੰਦਾ ਹੈ, ਇੱਕ ਛੋਟਾ ਹੁੰਦਾ, ਇੱਕ ਬੜਾ, ਤੇ ਇੱਕ ਜਾਲ ਹੈ, ਇੱਕ ਮਹਾਜਾਲ। ਜਦੋਂ ਜਾਲ ਵਾਲੇ ਸਮੁੰਦਰ ਦੇ ਵਿੱਚ ਉਸ ਨੂੰ ਸਿੱਟਦੇ ਹੈ, ਛੋਟੇ ਜਾਲ ਦੇ ਵਿੱਚ ਕੁਝ ਮੱਛੀਆਂ ਵੱਜ ਜਾਂਦੀਆਂ। ਜਦ ਮਹਾਜਾਲ ਉਹ ਪਾਉਂਦੇ ਹੈ, ਉਸ ਵੇਲੇ ਛੋਟੀ ਤੋਂ ਛੋਟੀ, ਬਰੀਕ ਤੋਂ ਬਰੀਕ ਮੱਛੀ ਵੀ ਪਕੜੀ ਆ ਜਾਂਦੀ ਹੈ। ਤਾਂ ਸਾਨੂੰ ਵੀ ਫਾਉਣ ਵਾਸਤੇ ਕਾਲ ਨੇ ਬੜਾ ਹੀ ਮਹਾਜਾਲ ਵਿਛਾਇਆ ਹੋਇਆ ਹੈ। ਕਿਹੜਾ ਜਾਲ ਹੈ? ਚੁਗਲੀ ਹੈ, ਨਿੰਦਿਆ ਹੈ। ਮਹਾਰਾਜ ਸਾਵਣ ਸਿੰਘ ਕਹਿੰਦੇ ਹੁੰਦੇ ਵੀ ਨਿੰਦਿਆ ਨਾ ਫਿੱਕੀ ਹੈ ਨਾ ਮਿੱਠੀ ਹੈ, ਨਾ ਇਹ ਚਟਪਟੀ ਹੈ। ਇਨਸਾਨ ਕਿੰਨਾ ਖੁਸ਼ ਹੋ ਕੇ ਇਸ ਨੂੰ ਕਰਦਾ ਹੈ। ਫਿਰ ਉਹ ਆਪ ਕਹਿੰਦੇ ਹੁੰਦੇ ਕਿ ਜਿਹਦੀ ਤੁਸੀਂ ਨਿੰਦਿਆ ਕਰਦੇ ਹੋ ਉਸ ਦੇ ਸਾਰੇ ਪਾਪ ਤੁਹਾਡੇ ਖਾਤੇ ਜਮ੍ਹਾਂ ਹੋਣਗੇ, ਔਰ ਜਿਹੜੇ ਤੁਹਾਡੇ ਪੁੰਨ ਹੈ ਉਹ ਉਸ ਦੇ ਖਾਤੇ ਜਮ੍ਹਾਂ ਹੋਣਗੇ। ਤੋ ਨਿੰਦਿਆ ਗੁਰੂ ਨਾਨਕ ਕਹਿੰਦੇ ਪਾਪੀ ਦੀ ਵੀ ਬੁਰੀ ਹੈ। ਅਗਰ ਅਸੀਂ ਕਿਸੇ ਕਮਾਈ ਵਾਲੇ ਦੀ ਨਿੰਦਿਆ ਕਰਾਂਗੇ ਤਾਂ ਪਤਾ ਨਹੀਂ ਕਿਸ ਨਰਕੇ ਜਾਵਾਂਗੇ। ਇਸ ਵਾਸਤੇ ਆਪ ਪਿਆਰ ਨਾਲ ਕਹਿੰਦੇ ਬਾਬਾ ਜਗ ਫਾਥਾ ਮਹਾਜਾਲ। ਤੋ ਵਿਸ਼ੇ ਬਕਾਰ ਜਿਹੜੇ ਹੈ ਇਹ ਵੀ ਉਸ ਕਾਲ ਦੇ ਜਾਲ ਹੈ। ਮੈਂ, ਮੇਰੀ, ਹਉਮੈ, ਹੰਕਾਰ ਸਭ ਇਹ ਉਸ ਦੇ ਜਾਲ ਹੈ, ਸਾਨੂੰ ਫਸਾਉਣ ਵਾਸਤੇ, ਫਸਾਉਣ ਵਾਸਤੇ। ਬਾਬਾ ਜਗ ਪਾਥਾ ਮਹਜਾਲ, ਬਾਬਾ ਜਗ ਪਾਥਾ ਮਹਜਾਲ। ਗੁਰ ਪ੍ਰਸਾਦੀ ਉਬਰੇ, ਸਾਚਾ ਨਾਮ ਸਮਾਲ। ਹੁਣ ਗੁਰੂ ਨਾਨਕ ਸਾਹਿਬ ਨੇ ਉਤਲੀਆਂ ਤੁਕਾਂ ਦੇ ਵਿੱਚ ਸਾਡੀ ਜਿਹੜੀ ਹਾਲਤ ਸੀ ਜੀਵਾਂ ਦੀ ਉਹ ਬਿਆਨ ਕੀਤੀ ਕਿ ਕਿਸ ਤਰ੍ਹਾਂ ਅਸੀਂ ਵਿਸ਼ੇ ਬਕਾਰਾਂ ਵਿੱਚ ਪੈ ਕੇ ਆਪਣੀ ਮੌਤ ਨੂੰ ਭੁੱਲ ਗਏ, ਆਪਣੇ ਘਰ ਨੂੰ ਭੁੱਲ ਗਏ ਹੈ। ਤਾਂ ਆਪ ਪਿਆਰ ਨਾਲ ਕਹਿੰਦੇ ਹੈ ਕਿ ਅਫਸੋਸ ਕਰ ਦਿੱਤਾ, ਸਾਡੀ ਹਾਲਤ ਬਿਆਨ ਕਰ ਦਿੱਤੀ ਹੈ। ਤਾਂ ਅਫਸੋਸ ਤਾਂ ਸਾਡੇ ਨਾਲ ਸਾਰੇ ਮਹਾਤਮਾ ਕਰਦੇ ਜਾਂਦੇ ਹੈ, ਲੇਕਿਨ ਗੁਰੂ ਨਾਨਕ ਸਾਹਿਬ ਦੀ ਬਾਣੀ ਬੜੀ ਹੀ ਉਹਨਾਂ ਨੇ ਇਸ ਕਿਸਮ ਦੀ ਲਿਖੀ ਹੈ ਕਿ ਆਪਾਂ ਜੇ ਪਹਿਲੇ ਤੁਕ ਦਾ ਠੀਕ ਨਾ ਸਮਝ ਸਕੀਏ ਤਾਂ ਅੱਗੇ ਉਹਦਾ ਆਪਾਂ ਅਰਥ ਕਰ ਹੀ ਨਹੀਂ ਸਕਦੇਗੇ, ਸਮਝ ਹੀ ਨਹੀਂ ਸਕਦੇਗੇ। ਸੋ ਆਪ ਨੇ ਉੱਪਰ ਦੱਸ ਦਿੱਤਾ ਕਿ ਕਿਸ ਤਰ੍ਹਾਂ ਅਸੀਂ ਗਹਿਰੇ ਸਮੁੰਦਰ ਦੇ ਵਿੱਚ ਸਾਡੀ ਜਿਹੜੀ ਕਿਸ਼ਤੀ ਹੈ ਡਗਮਗਾ ਰਹੀ ਹੈ, ਪਤਾ ਨਹੀਂ ਦੁਨੀਆ ਕਦ ਦੀ ਬਣੀ ਹੈ, ਅਸੀਂ ਇਹ ਸੰਸਾਰ ਸਮੁੰਦਰ 'ਚ ਗੋਤੇ ਖਾ ਰਹੇ ਹਾਂ। ਅਫਸੋਸ ਕਰਤਾ ਦੱਸਦਾ, ਹੁਣ ਇੱਥੋਂ ਨਿਕਲਣ ਦਾ ਸਾਧਨ ਔਰ ਤਰੀਕਾ ਵੀ ਦੱਸਦੇ ਹੈ। ਉਹ ਕੀ ਹੈ? ਕੋਈ ਸੱਚਾ ਮਹਾਤਮਾ, ਪੂਰਾ ਮਹਾਤਮਾ ਮਿਲ ਜਾਵੇ ਜੋ ਖੁਦ ਸ਼ਬਦ ਨਾਮ ਦੀ ਕਮਾਈ ਕਰਦਾ ਹੈ ਔਰ ਸਾਨੂੰ ਵੀ ਸ਼ਬਦ ਨਾਮ ਦੇ ਨਾਲ ਜੋੜ ਦੇਵੇ। ਤੋ ਸੱਚਾ ਨਾਮ ਸੰਭਾਲ। ਉਹ ਨਾਮ ਦੇ ਬੇੜੇ ਤੇ ਚੜ ਕੇ, ਦੁਨੀਆ ਦੇ ਬੇੜੇ ਤੋਂ ਉਤਰ ਕੇ, ਵਿਸ਼ੇ ਬਕਾਰਾਂ ਦੇ ਬੇੜੇ ਤੋਂ ਉਤਰ ਕੇ ਨਾਮ ਦੇ ਬੇੜੇ ਤੇ ਚੜ ਕੇ ਅਸੀਂ ਆਪਣੇ ਇਹ ਸੰਸਾਰ ਸਮੁੰਦਰ ਨੂੰ ਪਾਰ ਕਰ ਸਕਦੇ ਹਾਂ ਜੀ। ਗੁਰ ਪ੍ਰਸਾਦੀ ਉਬਰੇ, ਸਾਚਾ ਨਾਮ ਸਮਾਲ। ਸਤ ਗੁਰੂ ਹੈ ਬੋਹਿ ਥਾ, ਸ਼ਬਦ ਲੰਘਾਵਣ ਹਾਰ। ਉਹ ਜਹਾਜ਼ ਦਾ
ਕਪਤਾਨ ਕੌਣ ਹੈ? ਉਹ ਮਹਾਤਮਾ, ਉਹ ਗੁਰੂ ਹੈ। ਸ਼ਬਦ ਉਹਦਾ ਜਹਾਜ਼ ਹੈ। ਉਸ ਬੇੜੇ ਨੂੰ ਚਲਾਉਣ ਵਾਲਾ ਉਹ ਮਲਾਹ ਹੈ। ਕਬੀਰ ਸਾਹਿਬ ਕਹਿੰਦੇ ਆ, ਦੀਨ ਦਿਆਲ ਭਰੋਸੇ ਤੇਰੇ, ਸਭ ਪਰਿਵਾਰ ਚੜਾਇਆ ਬੇੜੇ, ਜੇ ਤਿਸ ਭਾਵੈ ਤੇ ਹੁਕਮ ਮਨਾਵੈ, ਇਸ ਬੇੜੇ ਨੂੰ ਪਾਰ ਲਗਾਵੈ। ਸੰਤ ਮਹਾਤਮਾ ਇਹ ਨਹੀਂ ਕਹਿੰਦੇ ਕਿ ਸਾਡੇ ਕੋਲੇ ਪੁੰਨੀ ਆਉਣ। ਇਹ ਜ਼ਰੂਰ ਹੈ ਕਿ ਜਿਹੜੇ ਇਹਦੋਂ ਪਿੱਛੇ ਕਰ ਲਏ ਅਸੀਂ ਬੁਰੇ ਭੈੜੇ ਖੋਟੇ ਕਰਮ, ਜਦ ਨਾਮ ਲੈ ਲਿਆ ਹੈ ਸਾਨੂੰ ਉੱਥੇ ਲਖੀਰ ਕੱਢ ਦੇਣੀ ਚਾਹੀਦੀ ਹੈ, ਖੜ ਜਾਣਾ ਚਾਹੀਦਾ ਹੈ। ਜੇ ਨਾਮ ਲੈ ਕੇ ਵੀ ਅਸੀਂ ਉਹੀ ਭੈੜੇ ਖੋਟੇ ਕਰਮ ਕਰਦੇ ਰਹੇ ਤਾਂ ਗੁਰੂ ਵਿਚਾਰਾ ਕਿਆ ਕਰੇ? ਜੇ ਸਿੱਖਨ ਮੇ ਚੂਕ, ਅੰਧੇ ਏਕ ਨਾ ਲੱਗੀ, ਜੇ ਵਾਸ ਵਜਾਈ ਫੂਕ। ਸੋ ਇਸ ਵਾਸਤੇ ਆ ਪਿਆਰ ਨਾਲ ਕਹਿੰਦੇ ਹੈ, ਸਤਿਗੁਰੂ ਹੈ ਬੋਇਥਾ ਸ਼ਬਦ ਲੰਗਾ। ਉਸ ਜਹਾਜ਼ ਦਾ ਜਿਹੜਾ ਨਾਮ ਦਾ ਜਹਾਜ਼ ਹੈ, ਕਹਿਣ ਲੱਗੇ ਉਸ ਦਾ ਮਲਾਹ ਗੁਰੂ ਖੁਦ ਹੀ ਹੈ, ਸੰਤ ਖੁਦ ਹੀ ਹੈ। ਉਹ ਉਹਨਾਂ ਲਹਿਰਾਂ ਦਾ ਭਵਜਲ ਦੇ ਵਿੱਚ ਜਿਹੜੀਆਂ ਚੱਲ ਰਹੀਆਂ ਹਨ ਉਹ ਵਾਕਫ ਹੁੰਦਾ ਹੈ। ਉਸ ਸੰਗ ਦੇ ਜ਼ਰੀਏ ਸਾਨੂੰ ਪਿਆਰ ਨਾਲ ਸਮਝਾਉਂਦਾ ਹੈ ਕਿ ਕਾਮ ਦਾ ਕੀ ਨੁਕਸਾਨ ਹੈ। ਬਈ ਕਾਮ ਔਰ ਨਾਮ ਦੀ ਦੁਸ਼ਮਣੀ ਹੈ। ਜਿੱਥੇ ਕਾਮ ਹੈ ਉੱਥੇ ਨਾਮ ਪ੍ਰਗਟ ਨਹੀਂ ਹੁੰਦਾਗਾ। ਕ੍ਰੋਧੀ ਆਦਮੀ ਦਾ ਖਿਆਲ ਹੀ ਇਕੱਠਾ ਨਹੀਂ ਹੁੰਦਾਗਾ। ਇਸ ਵਾਸਤੇ ਉਸ ਸੰਗ ਦੇ ਜ਼ਰੀਏ ਸਾਨੂੰ ਨਾਮ ਦੇ ਫਾਇਦੇ ਦੱਸਦਾ ਹੈ। ਜਿਤਨੀਆਂ ਵੀ ਅਸੀਂ ਵਿਰੋਧੀ ਤਾਕਤਾਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਨੂੰ ਚਿੰਬੜੇ ਹੋਏ ਆ, ਇਹਨਾਂ ਦਾ ਨੁਕਸਾਨ ਦੱਸਦਾ ਹੈ। ਕੁਛ ਇਸ ਸੰਗ ਦੇ ਜ਼ਰੀਏ ਛੱਡ ਜਾਂਦੇ ਹੈ, ਕੁਛ ਨਾਮ ਦੇ ਅਭਿਆਸ ਨਾਲ ਸਾਨੂੰ ਅੰਦਰੋਂ ਮਦਦ ਮਿਲਦੀ ਹੈ, ਕੁਛ ਉਹ ਮਹਾਤਮਾ ਦਇਆ ਮੇਰ ਕਰਦਾ ਹੈ, ਕਿਉਂਕਿ ਦਇਆ ਲੈ ਕੇ ਹੀ ਆਉਂਦੇ ਹੈ। ਮਹਾਰਾਜ ਜੀ ਕਹਿੰਦੇ ਹੁੰਦੇ ਸੰਤ ਗਰੀਬ ਨਵਾਜ ਹੁੰਦੇ ਹੈ ਜੀ। ਸਤ ਗੁਰੂ ਹੈ ਬੋਹਿਥਾ, ਸ਼ਬਦ ਲੰਗਾਵਣ ਹਾਰ, ਇਥੇ ਪਵਨ ਨਾ ਪਾਵਕੋ, ਨਾ ਜਲ ਨਾ ਆਕਾਰ। ਹੁਣ ਸਿੱਖ ਪੁੱਛਦਾ ਹੈ ਕਿ ਮਹਾਰਾਜ ਜੀ, ਜਿਸ ਤੁਸੀਂ ਜਹਾਜ਼ ਦਾ ਜ਼ਿਕਰ ਕਰਦੇ ਹੋ, ਕਿਉਂਕਿ ਬਾਹਰਲੇ ਜਿਤਨੇ ਵੀ ਜਹਾਜ਼ ਹਨ ਇਹ ਕਿਸੇ ਨਾ ਕਿਸੇ ਮਟੀਰੀਅਲ ਪਦਾਰਥ ਦੇ ਬਣੇ ਹੋਏ ਹਨ। ਜਿਹੜਾ ਤੁਹਾਡਾ ਨਾਮ ਦਾ ਜਹਾਜ਼ ਹੈ ਉਹ ਕਿਹੜੀ ਧਾਤੂ ਦਾ ਬਣਿਆ ਹੋਇਆ ਹੈ? ਬਾਹਰਲੇ ਜਿਤਨੇ ਵੀ ਜਹਾਜ਼ ਹਨ ਉਹ ਸਾਰੇ ਪੈਟਰੋਲ ਦੀ ਮਦਦ ਨਾਲ ਚੱਲਦੇ ਹੈ, ਤੇਲ ਦੀ ਮਦਦ ਨਾਲ ਚੱਲਦੇ ਹੈ। ਜਿਹੜਾ ਤੁਹਾਡਾ ਜਹਾਜ਼ ਹੈ ਉਹ ਕਿਸ ਮਦਦ ਦੇ ਨਾਲ ਚੱਲਦਾ ਹੈ? ਕਿਹੜਾ ਉਹਦੇ ਵਿੱਚ ਪੈਟਰੋਲ ਭਰਦੇ ਹੋ, ਕਿਹੜਾ ਤੁਸੀਂ ਤੇਲ ਭਰਦੇ ਹੋ? ਤੋ ਗੁਰੂ ਨਾਨਕ ਦੇਵ ਜੀ ਜਵਾਬ ਦਿੰਦੇ ਹੈ, ਕਿੱਥੇ ਪਵਨ ਨਾ ਪਾਵਕੋ, ਨਾ ਜਲ ਨਾ ਆਕਾਰ। ਆਪ ਕਹਿਣ ਲੱਗੇ ਉਹ ਜਹਾਜ਼ ਇਹਨਾਂ ਅੱਖਾਂ ਨਾਲ ਅਸੀਂ ਦੇਖ ਨਹੀਂ ਸਕਦੇ, ਨਾ ਉਹ ਪਾਣੀ ਨਾਲ ਚੱਲਦਾ ਹੈ, ਨਾ ਅਗਨੀ ਨਾਲ ਚੱਲਦਾ ਹੈ। ਦੁਨੀਆ ਦੇ ਕਿਸੇ ਮਟੀਰੀਅਲ ਪਦਾਰਥ ਦਾ ਨਹੀਂ ਬਣਿਆ ਹੋਇਆ, ਉਹ ਇਹਨਾਂ ਪੰਜਾਂ ਤੱਤਾਂ ਦਾ ਹੀ ਨਹੀਂ ਬਣਿਆ ਹੋਇਆ ਜੀ। ਇਥੇ ਪਵਨ ਨਾ ਪਾਵਕੋ, ਨਾ ਜਲ ਨਾ ਆਕਾਰ, ਤਿਥੇ ਸੱਚਾ ਸੱਚ ਨਹੀਂ, ਪਵ ਜਲ ਤਾਰ। ਹੁਣ ਆਪ ਪਿਆਰ ਨਾਲ ਕਹਿੰਦੇ ਹੈ ਕਿ ਦੁਨੀਆ ਦੇ ਜਹਾਜ਼ ਦੇ ਅੰਦਰ ਗਿਣਤੀ ਕੀਤੀ ਜਾਂਦੀ ਹੈ ਕਿ ਇਤਨੇ ਹੀ ਇਸ ਵਿੱਚ ਵਜਨ ਲੱਦ ਸਕਦੇ हैं, ਇਤਨੀਆਂ ਸਵਾਰੀਆਂ ਬੈਠ ਸਕਦੀਆਂ ਹਨ। ਲੇਕਿਨ ਜੋ ਸੰਤ ਮਹਾਤਮਾ ਨਾਮ ਦਾ ਜਹਾਜ਼ ਲੈ ਕੇ ਆਉਂਦੇ ਹੈ ਉਹਦੇ ਵਿੱਚ ਇਹ ਨਹੀਂ, ਬੇਸ਼ੱਕ ਕਿਸੇ ਜਾਤੀ ਦਾ ਹੋਵੇ, ਕਿਸੇ ਕੌਮ ਦਾ ਹੋਵੇ, ਤਾਂ ਕਿਤਨੇ ਹੀ ਉੱਥੇ ਜਾ ਕੇ ਬੈਠ ਸਕਦੇ ਹੈ। ਆਪ ਪਿਆਰ ਨਾਲ ਕਹਿੰਦੇ ਹੈ ਕਿ ਗੁਰਮੁਖ ਕੂਟ ਉਧਾਰਦਾ ਦੇ ਨਾਵਾ ਇੱਕ ਕਣੀ। ਅਗਰ ਕੋਈ ਸੱਚੇ ਦਿਲੋਂ ਕਰੋੜਾਂ ਜੀਵ ਵੀ ਆ ਜਾਵੇ, ਇਸ ਤੋਂ ਵੱਧ ਵੀ ਆ ਜਾਵੇ,
तो उन्होंने परमात्मा ने आग्ञा दी हुंदी है कि जिन्नियां भी जीवां नूं तुसीं लियाओगे असीं उन्हां नूं माफी देवांगे। वो माफी दिवाउण वास्ते ही आउंदे है। इस वास्ते आप प्यार नाल कहंदे है कि तिथा सच्चा सच ना है, उथे नाम का ही आसरा है, नाम की ही ताकत है। तो नाम की जो महात्मा इन्नी महिमा गाउंदे है कि वो नाम लफ्ज है, कहने लगे नहीं, नाम वो ताकत है जिसने सारी दुनिया की रचना पैदा की है, जिसके आधार से साडे खंड ब्रह्मंड चल रहे हैं जी। तिथे सच्चा सच नहीं, पव जल गुरमुख लंगे से पार पए, सच्चे स्यों लिवलाई। हुण सिख सवाल करदा गुरु नानक ते कि महाराज जी कि कोई इस जहाज ते नाम दे ते चढ़ के कोई पार भी होया है, इस भवजल नूं कोई तरिया भी है? तो गुरु नानक साहब प्यार नाल कहंदे हाँ बई, जो गुरमुख बन जाते हैं। गुरमुख कद बनते हैं कि पहला साडी आत्मा स्थूल पढ़दा है, इस दे अंदर सूक्ष्म है, उसके अंदर कारण है। जिवें एक पड़दे दे पिंजरे दे अंदर दूसरा है, दूसरे के अंदर तीसरा है। जदों असीं आपदी आत्मा तो तिन्ने पड़दे ला लैने हैं, ब्रह्म पार ब्रह्म दे उपर जा वड़दे हैं, फिर साडी आत्मा नूं पता लगता है कि मेरा भी कोई परमात्मा है। लिंग भेद मैं दसदा ना उदों नीचे नीचे ही हुंदा है, औरत और मर्द दा, उत्थे जाके आत्मा है। उत्थे पहुंची हुई आत्मा ये भेद भाव भुल जाती है कि मैं अमरीका दे रहन वाली है या हिंदुस्तान दे रहन वाली है या मैं किस जाति चों आई है, क्योंकि उत्थे जाति पाति का या मुल्क का सवाल नहीं, उत्थे तो आत्मा है। तो गुरु की मदद ना जद ते इस तो भी उपर अपने घर तिन्ना गुणा तो उपर सचखंड विच पहुंच जाती है, वो परमात्मा नाल लिव लग जाती है। कहने लगे वो लोग पार हो जाते हैं। गुरमुख लंघे उत्थे सहज अवस्था प्राप्त हुंदी है। आप कहते त्रेहां गुणा विच सहज न पाए, त्रै गुण परम भुलाए। आप कहते जिन्ना चिकर असीं रजो गुण तमो गुण सतो गुण और ये सारे पड़दे ला के उपर नहीं जाते गए, उन्ना चिकर असीं भरम दे विच हैं, मौत और पैदाइश दे विच हैं। जो गुरमुख बन जाते हैं, सच्चे परमात्मा नाल लिव लग जाती है, वो पार हो गए है। बाकी ਜਿਹੜੇ ਉਹਨਾਂ ਦਾ ਆਸਰਾ ਲੈ ਲੈਂਦੇ ਹੈ, ਪਿਆਰਿਆਂ ਦੇ ਪਿਆਰੇ ਵੀ ਹੁੰਦੇ ਹੈ, ਉਹ ਵੀ ਤਰ ਜਾਂਦੇ ਹੈ। ਮਹਾਰਾਜ ਸਾਵਣ ਸਿੰਘ ਕਹਿੰਦੇ ਹੁੰਦੇ ਸੀਗੇ ਕਿ ਬਈ ਗੁਰੂ ਨੂੰ ਸੰਤਾਂ ਨੂੰ ਕਿਸੇ ਦੇ ਪਿਆਰ ਦੀ ਜ਼ਰੂਰਤ ਨਹੀਂ ਹੁੰਦੀਗੀ, ਉਹ ਤਾਂ ਆਪ ਆਪਣੇ ਗੁਰੂ ਦੇ ਪਿਆਰ ਵਿੱਚ ਮਸਤ ਹੁੰਦੇ ਹੈ। ਲੇਕਿਨ ਜਦ ਤੱਕ ਸੇਵਕ ਸੱਚਾ ਸੁੱਚਾ ਉੱਚਾ ਪਿਆਰ ਗੁਰੂ ਨਾਲ ਨਹੀਂ ਕਰਦਾਗਾ, ਇਹਨੂੰ ਦੁਨੀਆ ਦਾ ਪਿਆਰ ਛੱਡਣ ਦਾ ਬਲ ਹੀ ਨਹੀਂ ਮਿਲ ਸਕਦਾਗਾ। गुरु नाल प्यार करन दा मतलब इतना ही हुंदा है प्यारिओ कि असीं दुनिया दे प्यार दे विच तद ही कमी कर सकते हैं। तो तुसीं भजन च भी पढ़दे हो, नाम जपना कल विच औखा है, शरणी पै जाना सौखा है। गुरमुख लंघे से पार पए, सच्चे स्यों लिवलाई। आवा गौण निवारया, ज्योति ज्योत मिलाई। गुरु नानक साहब कहते गुरमुखा दा संसार दे विच वार वार भूतां दी तरह नहीं आउणागा हुंदा। उन्हां दी ज्योति वो जोत विच परम जोत विच जाके मिल जाती है। आत्मा परमात्मा विच मिल के परमात्मा बन जाती है जी। आवा गौण निवारया,
ज्योति ज्योत मिलाई, उर्मति सहज उपजै, सच रहै समाई। ਹੁਣ ਆਪ ਪਿਆਰ ਦੇ ਨਾਲ ਦੱਸਦੇ ਆ ਕਿ ਦੋ ਮਤਾਂ ਹਨ। ਮੁਸਲਮਾਨਾਂ ਨੇ ਵੀ ਦੋ ਪ੍ਰਕਾਰ ਦੀ ਮਤ ਬਿਆਨ ਕੀਤੀ ਹੈ, ਇੱਕ ਸ਼ੈਤਾਨ ਮਤ ਹੈ, ਇੱਕ ਰਹਿਮਾਨ ਹੈ। ਸਾਡੇ ਹਿੰਦੂਆਂ ਦੇ ਅੰਦਰ ਇਹਨੂੰ ਮਨ ਮਤ ਔਰ ਗੁਰੂ ਮਤ ਕਰਕੇ ਬਿਆਨ ਕੀਤਾ ਹੈ। ਕਹਿੰਦੇ ਜਦੋਂ ਅਸੀਂ ਆਪ ਦੇ ਮਨ ਦੀ ਮਤ ਛੱਡ ਦਿੰਦੇ ਹਾਂ, ਮਨ ਮਤ ਕੀ ਹੈ ਕਿ ਜੋ ਮਨ ਵਿੱਚ ਆਇਆ ਉਹ ਕਰ ਲਿਆ। ਮਨ ਇਹ ਨਹੀਂ ਸਮਝ ਦਿੰਦਾ ਕਿ ਇਸ ਕਰਮ ਦਾ ਕੀ ਨਤੀਜਾ ਮਿਲੇਗਾ। ਮਨ ਨੇ ਕਿਹਾ ਸ਼ਰਾਬ ਪੀ ਲਈ, ਮਨ ਨੇ ਕਿਹਾ ਕਿਸੇ ਨਾਲ ਲੜਾਈ ਝਗੜਾ ਕਰ ਲਿਆ, ਜੋ ਕੁਛ ਮਨ ਨੇ ਕਿਹਾ ਉਹ ਕਰ ਲਿਆ। ਕਬੀਰ ਸਾਹਿਬ ਕਹਿੰਦੇ ਮਨ ਮਰੀਦ ਸੰਸਾਰ ਹੈ, ਗੁਰੂ ਮਰੀਦ ਕੋਈ ਸਾਧ, ਜਿਨ ਐਸਾ ਕਰ ਬੂਝਿਆ ਤੇ ਤਾਂ ਕਾ ਮਤਾ ਅਗਾਧ। ਮਰੀਦ ਕਹਿੰਦੇ ਮੁਰਦੇ ਨੂੰ। तो असी जीव जेड़े हैं मन दे के मुर्दे हुए बैठे हैं, मन जो कहता असी करते हैं, तो बाद में मन पछतावा भी लाउंदा है कि तू बरियाई की है, ये बरियाई करा के दसदा है। तो इस वास्ते आप कहते गुरु मरीद कोई साध, गुरु दा मरीद बिरला बिरला कोई भागा वाला हुंदा है। तो कहते जो असी मन की मत छड्ड के गुरु दे मत ते चलते हैं, फिर असी उस सहज अवस्था प्राप्त करते हैं जी। उर्मति सहज उपजै, सच रहै समाई, साप पिंडाई पाइए, बिख अंतर मन रोस। गुरु नानक ने उपर गुरमुखानी महिमा गाई, नाम दी महिमा गाई। हुण आप प्यार ना कहंदे है कि सियाणा तो सुनते हैं कि पुराने थेहां दे अंदर खजाने भी दबे दबाए रह जाते हैं। कहने लगे कि अगर असी उथों धन खजाने जो निकालना है तो उत्थे सप भी सुनते हैं भी रहिंदा है। अगर उस सप नूं असी या पकड़ लीए या उस नूं मार दईए तां ही असी उस खजाने नूं प्राप्त कर सकते हैं। तो संत कहते हैं कि सब कुछ घर में बाहर नाही, बाहर टोला सो परम भलाही। जो भी खंड ब्रह्मंड हन जिसका असी जिक्र करते हैं, सब संतां ने बाणी विच कीता है। वो कहते हो बाहर ने तुहाडे शरीर अंदर है, वो कुल परमात्मा भी उहदे अंदर है। पर इस खजाने दे उत्ते सिख कहता है जब सारा कुछ मेरे अंदर है तो मैं प्राप्त क्यों नहीं कर सकता। तो गुरु नानक कहते इहदे उपर मन रूपी सप बैठा है। जब तक वो सप जिहड़ा है वो साडे वस विच नहीं आउंदा, असी पकड़ नहीं लेंदे गए, उतना चिर असी ये खजाने नूं आपदे अंदरों निकाल नहीं सकते। ना खंड वेख सकते, ना ब्रह्मांड देख सकते हैं, ना असी नाम नाम अलाप कर सकते हैं। तो अगे प्यार ना दसदे हैं कि किस तरह असी उस सप नूं पकड़ना है, उस सप की की दवाई है, कित्थों मिलती है जी। साप पिंडाई पाइए, बिख अंतर मन रोस। लगे शरीर जड़ा है ये पटियारी है, मन रूपी सप भी इहदे विच है। हुण जब आपां सप नूं जरहीले नूं पटियारी अंदर बंद करते हैं, ਉਹਦੇ अंदर ਜ਼ਹਿਰ ਪਹਿਲਾਂ ਨਾਲੋਂ भी ਜ਼ਿਆਦਾ ਹੁੰਦਾ, गुस्सा भी ਜ਼ਿਆਦਾ ਹੁੰਦਾ है। तो आपां उस नूं पटियारी दे विच बंद करके ਉਹਦੇ ਜ਼ਹਿਰ ਤੋਂ ਆਪਾਂ ਬੇਫਿਕਰ नहीं हो सकते गे। ਉਹਦੇ ਡੰਗ ਦਾ ਡਰ ਲੱਗਿਆ ਹੀ ਰਹਿੰਦਾ है। साप पिंडाई पाइए,
बिख अंतर मन रोस पूरब लिखिया पाइए किसनो दीजे दोष। ऋषियां मुनिया ने कोई कसर नहीं छड़ीगी। 88,000 बरस सिरिंगी ऋषि ने तप किया। राजे दशरथ दियां भेजियां होइयां औरतां ने उस नूं गिरा दिता। ये मन का ढंग सीगा, इस सप का उस मन रूपी सप का ढंग सीगा। इसे तरह विश्वामित्र ने 60,000 वर्ष तप किया। स्वर्गां चों मेनका आई, उसने डंग मारिया, उसनूं काबू कर लिया, संकुतला पैदा कर दी। इसे तरह 88,000 बरस पारासु ऋषि ने किया, पूर्ण योगी बन के घर नूं आ रहा सीगा। वो भी मशोदरी ते मारिया गया। तो कोई ऋषियां मुनिया ने तप थोड़ा नहीं किया, अभ्यास थोड़ा नहीं किया सीगा। ਅਸੀਂ ਉਹਨਾਂ ਨੂੰ ਕੋਈ ਬੁਰੇ ਨਹੀਂ ਕਹਿੰਦੇ ਕਿ ਉਹ ਬੜੇ ਬਹਾਦਰ ਸਨ। ਤੁਸੀਂ ਦੇਖੋ 1 ਘੰਟਾ ਅਭਿਆਸ ਤੇ ਬੈਠਦੇ ਹੋ, ਕਿੰਨੀਆਂ ਸ਼ਿਕਾਇਤਾਂ ਹਨ। तो ऋषियां मुनिया ने किन्ना लम्मा तप किया सीगा। ਉਹ ਕਿਉਂ ਗਿਰੇ, ਕਿਉਂ ਮਨ ਦੇ ਡੰਗ ਹੇਠ ਆ ਗਏ? ਉਹਨਾਂ ਨੂੰ ਕੋਈ ਪੂਰਾ ਗੁਰੂ ਨਹੀਂ ਮਿਲਿਆ ਸੀਗਾ। ਅਗਰ ਪੂਰਾ ਗੁਰੂ ਮਿਲਿਆ ਹੁੰਦਾ ਤੇ ਇਹਨਾਂ ਖਤਰਿਆਂ ਦਾ ਉਹਨੂੰ ਜਾਣੂ ਕਰਾਉਂਦਾ, ਦਵਾਈ ਦਿੰਦਾ। तो गुरु नानक कहने लगे किसी ने कोई कसर नहीं छड्डी खोज दी। तो आप कहते पूर्व लिखिया पाइए किसनों दीजा दोष, किनू दोष है बे? गुरु नानक कहते हैं भागहीन गुरु ना मिले निकट बैठा नित पास। वो परमात्मा कृपा ना करे, मेहर ना करे, वो अक्षर मत्थे विच ना लिखे गुरु दे मिलाप दा, भावें घरे भी पैदा क्यों ना हो जाए महात्मा, गमांड च क्यों ना रहन लग जावे। गुरु नानक कहते जिन्ना धुरों हर लिखिया, जिन्ना मस्तक धुरों हर लिखिया, तिन सतगुर मिलिया। अज्ञान अंधेरा कटिया गुर ज्ञान घट बलिया। हर लब्धा रतन पदार्थों फिर बहुत न चलिया। नानक नाम उराध्या अराध हर मिलिया। जी पूरब लिखिया पाइए किसनो दीजे दोष। गुरमुख गारड़ जे सुने मन्ने नाओ संतोष। आप प्यार ना कहते हैं साढ़े उथे राजस्थान के अंदर अगर किसी दे सप लड़ जावे तो वो मांदरी नूं बुलाउण वास्ते जांदे है। उहनूं कहंदे आ गारड़ो, जिहड़ा वो मंत्र पढ़दा है उस नूं कहंदे आ गरड़। सो इस वास्ते आप कहने लगे जिहड़ा मन रूपी सप है, ਇਹਦਾ जो झाड़ा है मंत्र है, ਇਹਦੇ ਜ਼ਹਿਰ ਨੂੰ दूर करने वास्ते तो गुरमुख गारड़ू हुंदा है। वो भी इसदे ਜ਼ਹਿਰ ਨੂੰ दूर करने वास्ते अपना मंत्र वो गलड़ दिंदा है। जिवें जिवें असीं उस मंत्र ਨੂੰ जपदे हैं उसे तरह ये मन का जिहड़ा ਜ਼ਹਿਰ है वो उतरना शुरू हो जाता है। जी गुरमुख गारड़ जे सुने मन्ने नाओ संतोष। मागर माछ फाहाइए कुंडी जाल गुरु नानक देव जी महाराज एक होर मिसाल दे के समझाउंदे है। मगरमच्छ दी समुद्रां दे विच हुंदे है, गहरियां च, उन्हां नूं अपनी ताकत दा भी ज्ञान नहीं हुंदागा। छोटे मोटे बेड़ियां नूं तो पासा मार के उल्टांदे है, लेकिन उस दे अंदर कमजोरी है। शिकारी लोकां नूं पता हुंदा है
कि उस दे अंदर की कमजोरी है। वो जीव दा ਉਹਨੂੰ ਚਸਕਾ ਹੁੰਦਾ ਹੈ, ਉਹ ਕੁੰਡੀ ਨੂੰ ਗੋਸ਼ਤ ਲਾ ਕੇ ਸਮੁੰਦਰ ਵਿੱਚ ਸਿੱਟ ਦਿੰਦੇ ਹੈ। ਉਹ ਸਬਰ ਨਹੀਂ ਕਰਦਾ, ਕੁੰਡੀ ਹਲਕ ਵਿੱਚ ਫਸਾ ਲੈਂਦਾ ਹੈ। ਜਦ ਉਹ ਖਿੱਚਦੇ ਆ ਸਾਥ ਹੀ ਆ ਜਾਂਦਾ ਹੈ। ਸ਼ਿਕਾਰੀ ਉਸ ਨੂੰ ਕੱਟ ਕੇ ਕੀਮਾ ਕੀਮਾ ਕਰ ਦਿੰਦੇ ਹੈ, ਉਹਨੂੰ ਹਾਂਡੀਆਂ ਚੜ੍ਹਨਾ ਪੈਂਦਾ ਹੈ। ਤੋ ਇੱਕ ਛੋਟੀ ਜੀ ਕਮਜ਼ੋਰੀ ਪਿੱਛੇ ਕਿੰਨਾ ਵੱਡਾ ਤਾਕਤ ਵਾਲਾ ਜਾਨਵਰ ਜਿਹੜਾ ਸੀ ਉਹਨੂੰ ਹਾਂਡੀਆਂ ਚੜ੍ਹਨਾ ਪੈਂਦਾ ਹੈ ਜੀ। मागर मछ फाहाइए कुंडी जाल वताई दुर्मत फाथा पाहिए फिर पछोताई। जद हांडियां ते चढ़ना पैंदा है फिर पछताउंदा है। इसे तरह असी भैड़े खोटे कर्म करन लगे तो ध्यान नहीं करते, तवज्जो नहीं दिंदे गए, मगरों असी पछताउने हैं कि असी ना ही करते। हुण तुसीं सोच के देख लो, संत दसदे हैं कि पाप की जो अवधि है ये तो छोटी हुंदी है लेकिन सजा बड़ी लंबी हुंदी है। अगर कोई कत्ल करता है तो 1 सेकंड लाउंदा है, लेकिन सजा कितनी लंबी उन्हें भुगतनी पैंदी है। सो इस वास्ते आप कहने लगे असी यार खाई भी जाने हैं, पछो भी ताई जाने हैं जी। दुर्मत फाथा पाहिए फिर पछोताई। जम्मण मरण न सूझई किरत न मेट्या जाई। बाहर असी कितने भी गुरु नानक साहब कहते नेक कर्म क्यों ना कर लिए तां भी असी मौत और पदैश तो नहीं बच सकते गए। बुरे कर्मा वास्ते तो सानू नरक और 84 तैयार ही रहते हैं जी। जम्मण मरण न सूझई किरत न मेट्या जाई। ओ में बिख पाई जगत उपाया शब्द वसे बिख जाई। गुरु नानक साहब की बाणी बड़ी समझण वाली है। आप आसा दी वार दे विच एक श्लोक पढ़ते हैं जो बड़ा कीमती है। कहंदे हौं विच आया, हौं विच गया, हौं विच खटिया, हौं विच लिया, हौं विच जम्मिया, हौं विच मुया, हौं विच नरक सुरग अवतार। आप कहने लगे जिथे भी जाता है उत्थे हौमै लगी हुई है। तो आप कहने लगे इहदा दारू की है? हौमै दीर्घ रोग है दारू पीस माहे। ये बड़ा मिठी तबदक है। हौमै केड़ी है? साडी कौम बड़ी है, साडी जेड़ी कौम है यही सारे नूं अच्छी है। मैं सब तो ज्यादा पढ़िया है, मेरे जैसा धनी कौन है? तो सारा दिन हौमै ही है। तो आप प्यार ना कहते हौमै दीर्घ रोग है, बड़ी मिठी तबदुक है जिन्हां नूं लग जाती है, पिछा नहीं छड़ देगी। तो आप कहने लगे दारू भी इस माहे, पर इस बीमारी के अंदर दारू भी वो परमात्मा ने रखी है। वो की है? वो शब्द नाम की दवाई है। कृपा करे जे अपनी ते गुर का शब्द कमाहे। वो परमात्मा जी दे ते कृपा करदा है, दया करदा है, उन्होंने किसी महात्मा की संगत और सोबत विच लियाउंदा है। महात्मा जब दया करते हैं, कृपा करते हैं, इनू ये दवाई शब्द नाम की दे दिंदे है। जदों असीं शब्द नाम की दवाई किहड़ी खाने हैं? जदों सिमरन के जरिए असी फैले ख्याल नूं इकट्ठा करके 9 द्वारे खाली करके उपर शब्द दे नाल जुड़ जाने हैं। ये जिहड़ा संसार है सानू पराया नजर विच आउण लग जाता है। तो संतां दा मकसद ये नहीं हुंदा कि असी संसार छड्ड देना है जां बल बच्चे छड्ड के जंगलां पहाड़ां छुप जाना है। एक छोटे बच्चे तो लैके बुढ़े तक कर सकता है। गृहस्थी लोग आसानी नाल इस नूं
ਭਗਤੀ ਨੂੰ ਕਰ ਸਕਦੇ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਸਤਿਗੁਰੂ ਪੂਰਾ ਭੇਟੀਏ ਪੂਰੀ ਹੋਵੇ ਜਗਤ। ਅਗਰ ਕੋਈ ਪੂਰਾ ਮਹਾਤਮਾ ਮਿਲ ਜਾਵੇ ਉਹ ਪੂਰੀ ਜਗਤ ਕੇ ਸੱਚਖੰਡ ਪਹੁੰਚਣ ਦੀ ਦੱਸ ਦਿੰਦਾ ਹੈ। ਜੁਗਤ ਹੀ ਨਹੀਂ ਦੱਸਦਾ, ਬਲਕਿ ਉਹ ਕਹਿੰਦਾ ਮੈਂ ਤੇਰੇ ਨਾਲ ਹੈ, ਤੂੰ ਆ ਤਾਂ ਸਹੀ। ਅਗਰ ਸੰਤ ਮਦਦ ਨਾ ਕਰਨ, ਗੁਰੂ ਨਾ ਕਰੇ, ਇੱਕ ਇੰਚ ਵੀ ਅੰਦਰ ਨਹੀਂ ਜਾ ਸਕਦਾ ਜੀ। ਮੈਂ ਬਿਖ ਪਾਈ ਜਗਤ ਉਪਾਇਆ, ਸ਼ਬਦ ਵਸੈ ਬਿਖ ਜਾਈ, ਜਰਾ ਜੋਏ ਨਾ ਸਕਈ, ਸਾਚ ਰਹਿ ਲਿਵਲਾਈ। ਆਪ ਕਹਿਣ ਲੱਗੇ ਜੋ ਸ਼ਬਦ ਨਾਮ ਦੀ ਕਮਾਈ ਕਰਦੇ ਹੈ, ਗੁਰਮੁਖਾਂ ਦੇ ਦੱਸੇ ਹੋਏ ਉਪਦੇਸ਼ ਤੇ ਚੱਲਦੇ ਹੈ, ਉਹਨਾਂ ਨੂੰ ਇਹ ਵਿਸ਼ੇ ਵਿਕਾਰਾਂ ਦਾ ਜਿਹੜਾ ਦੁੱਖ ਹੈ, ਕਸ਼ਟ ਹੈ, ਮੌਤ ਪਦੇਸ਼ ਦਾ, ਇਹ ਉਹਨਾਂ ਨੂੰ ਵਿਆਪਦਾ ਨਹੀਂਗਾ, ਕਿਉਂਕਿ ਉਹਨਾਂ ਦੀ ਲਿਵ ਪਰਮਾਤਮਾ ਨਾਲ ਲੱਗ ਜਾਂਦੀ ਹੈ। ਉਹ ਇਹਦੋਂ ਉੱਪਰ ਉੱਠ ਖੜਦੇ ਹੈ। ਦੁੱਖ ਸੁਖ ਵਿਆਪਤ ਨਹੀਂ, यहाँ आत्म राम प्रकाश जी। जरा जोए ना सकई, साच रहे लिवलाई, जीवन मुक्त सो आखिए, जिस विचों हो ਸਾਡੇ ਔਰ ਪ੍ਰਮਾਤਮਾ ਦੇ ਦਰਮਿਆਨ ਅਗਰ ਕੋਈ ਰੁਕਾਵਟ ਹੈ, ਉਹ ਸਾਡੀ ਹਉਮੈ ਹੰਕਾਰ ਦੀ ਹੈ। ਤੋ ਆਮ ਜਿਸ ਤਰ੍ਹਾਂ ਸਮਾਜਿਕ ਲੋਕ ਸਾਨੂੰ ਇਹ ਲਾਰਾ ਲਾਉਂਦੇ ਹੈ ਕਿ ਤੁਸੀਂ ਮਰਿਆਂ ਪਿੱਛੋਂ ਮੁਕਤ ਹੋ ਜਾਓਗੇ ਜਾਂ ਮਰਿਆਂ ਪਿੱਛੋਂ ਸਵਰਗਾਂ ਚਲੇ ਜਾਓਗੇ, ਇਹ ਝੂਠੇ ਲਾਰੇ ਹੈ। ਸੰਤ ਇਹਨਾਂ ਦਾ ਕੌਡੀ ਮੁੱਲ ਵੀ ਨਹੀਂ ਸਮਝਦੇ, ਕਿਉਂਕਿ ਕੀ ਪਤਾ ਹੈ ਕਿ ਮਰਿਆਂ ਪਿੱਛੋਂ ਅਸੀਂ ਕਿੱਥੇ ਜਾਣਾ ਹੈ। ਭਗਤ ਨਾਮਦੇਵ ਜੀ ਕਹਿੰਦੇ ਹੈ, ਮੂਆ ਹੋਇਆ ਜੇ ਮੁਕਤ ਦੇਵੋਗੇ, ਮੁਕਤ ਨਾ ਹੋਏ ਕੋਇਲਾ। ਇਹ ਕਾਦੀ ਮੁਕਤ ਹੈ? ਦੋ ਅਰਬੀ ਬਾਤ ਹੈ। ਜੋ ਜਿੰਦਾ ਅਨਪੜ੍ਹ ਹੈ, ਮੋਇਆ ਪਿੱਛੋਂ ਪਿਆਰਿਓ ਕਿਸ ਨੇ ਉਸ ਨੂੰ BA MA ਦੀ ਡਿਗਰੀ ਭੇਜ ਦੇਣੀ ਹੈ? ਜਿਹੜਾ ਜਿੰਦੇ ਜੀ ਠੱਗ ਹੈ, ਚੋਰ ਹੈ, ਸ਼ਰਾਬੀ ਕਬਾਬੀ ਹੈ, ਮਰਿਆਂ ਪਿੱਛੋਂ ਕੌਣ ਉਹਨੂੰ ਮਹਾਤਮਾ ਬਣਾਏਗਾ? ਨਹੀਂ, ਜੋ ਕੁਛ ਕਰਨਾ ਸੋ ਅਭੀ ਕਰਨਾ, ਅੱਗੇ ਦਾ ਨਾ ਭਰੋਸਾ ਕਰਨਾ। ਤੋ ਸੰਤ ਕਹਿੰਦੇ ਹੈ ਜੋ ਕੁਛ ਕਰਨਾ ਹੈ, ਜਦ ਅਸੀਂ ਸੰਤਾਂ ਦੇ ਦੱਸੇ ਹੋਏ ਉਪਦੇਸ਼ ਤੇ ਚੱਲਦੇ ਹਾਂ, ਬੁਰਾਈਆਂ ਤੋਂ ਬਚ ਗਏ ਹਾਂ, ਅੰਦਰ ਸ਼ਬਦ ਨਾਲ ਜੁੜ ਚੁੱਕੇ ਹਾਂ, ਉਹ ਕਹਿ ਸਕਦਾ ਹੈ ਕਿ ਮੈਂ ਮੁਕਤ ਹਾਂ। ਸੱਚ ਨੂੰ ਕੀ ਸਰਾਪ ਹੈ? ਮੈਂ ਜਦ ਵਾਇਰਸ ਦਾ ਇਮਤਿਹਾਨ ਨਸ਼ਹਿਰੇ ਸੀਮਾ ਪ੍ਰਾਂਤ ਦੇ ਵਿੱਚ ਦਿੱਤਾ ਹੈ, ਉੱਥੇ ਇੱਕ ਅੰਗਰੇਜ਼ ਅਫਸਰ ਹੀ ਸੀਗਾ, ਕਿਉਂਕਿ ਉਦੋਂ ਹਿੰਦੁਸਤਾਨ ਤੇ ਅੰਗਰੇਜ਼ਾਂ ਦਾ ਹੀ ਰਾਜ ਸੀਗਾ। ਉਹ ਬੜਾ ਇੱਕ ਸਖਤ ਸਾਡਾ ਟੈਸਟ ਸੀਗਾ। ਤੋ ਜਦ ਉਹ ਪੇਪਰ ਮੈਂ ਕੀਤਾ ਤੇ ਥੱਲੇ ਉਸਦੇ ਆਰ ਲਿਖ ਦਿੱਤੀ ਵੀ ਮੇਰਾ ਜਿਹੜਾ ਪੇਪਰ ਆ ਉਹ ਰਾਈਟ ਹੈ। ਤੋ ਸਾਡਾ ਉਸਤਾਦ ਕਲਾਸ ਦੇ ਅਲੱਗ ਫਿਰਦਾ ਸੀ ਜਦ ਪੇਪਰ ਚੈੱਕ ਹੋ ਰਹੇ ਸੀਗੇ। ਤੋ ਮੈਨੂੰ ਕੁਰਸੀ ਤੇ ਖੜਾ ਕਰ ਦਿੱਤਾ। ਉਹ ਸਾਹਿਬ ਕਹਿਣ ਲੱਗਾ, ਦੇਖ ਬਈ, ਮੈਂ ਚਾਹਾਂ ਤੇ ਤੈਨੂੰ ਫੇਲ ਵੀ ਕਰ ਸਕਦਾ ਹੈ, ਕਿਉਂਕਿ ਰਿਮਾਰਕ ਅਸੀਂ ਦੇਣਾ ਹੈ। ਤੂੰ ਖੁਦ ਹੀ ਲਾ ਦਿੱਤਾ, ਪਰ ਮੈਂ ਤੈਨੂੰ ਤੇਰੀਆਂ 2 ਤਨਖਾਹਾਂ ਇਨਾਮ ਦੀਆਂ ਦਿੰਦਾ ਹੈ, ਕਿਉਂਕਿ ਤੈਨੂੰ ਆਪਣੇ ਆਪ ਤੇ ਵਿਸ਼ਵਾਸ ਹੈ। ਵਿਸ਼ਵਾਸ ਸਭ ਤੋਂ ਵੱਡੀ ਚੀਜ਼ ਹੈ ਕਿ ਵੀ ਮੈਂ ਪਾਸ ਹਾਂ। ਉਹਦੇ ਵਿੱਚ ਅਗਰ ਇੱਕ ਲੈਟਰ ਦੀ ਵੀ ਗਲਤੀ ਹੋਵੇ ਤਾਂ ਇਨਸਾਨ ਫੇਲ ਹੋ ਸਕਦਾ ਹੈ। तो इसे तरह से कह सकते हैं, जो आपकी आत्मा आजाद कर ली है मन इंद्रियां दे तो भी असी जिंदे जी मुक्त हैं। सच तो यह है कि बहुत सारे प्रेमी कमाई वाले ससमियां शरीर छड़दे देखते हैं कि किस तरह वो कई दिन पहला भी दस देंगे है कि सतगुरु फलाने दिन आएगा लैण वास्ते। जब सतगुरु आता है
ਉਹ ਵਾਕਿਆ ਹੀ ਕਹਿੰਦਾ ਹੈ ਸਤਸੰਗੀ ਕਿ ਮੈਂ ਜਾਣਾ ਹੈ। ਹਾਂ, ਅਗਰ ਕੋਈ ਬੇਸਤਸੰਗੀ ਪਾਸ ਨਾ ਹੋਵੇ ਤੇ ਤੁਸੀਂ ਪਿਆਰ ਨਾਲ ਪੁੱਛੋ ਕੀ ਸ਼ਬਦ ਆਉਂਦਾ ਹੈ, ਕੀ ਗੁਰੂ ਦਾ ਸਰੂਪ ਆਉਂਦਾ ਹੈ, ਉਹ ਚੁੱਪਚਾਪ ਨਹੀਂ ਜਾਏਗਾ। ਸੋ ਇਸ ਵਾਸਤੇ ਆਪ ਪਿਆਰ ਨਾਲ ਕਹਿੰਦੇ ਹੈ ਕਿ ਸੰਤ ਜਿੰਦੇ ਜੀ ਇਹ ਨਗਦ ਸੌਦਾ ਹੈ। ਜੀਵਨ ਮੁਕਤ ਸੋ ਆਖੀਏ ਜਿਸ ਵਿੱਚੋਂ ਹਉਮੈ ਜਾਏ। ਜੋ ਸ਼ਬਦ ਨਾਮ ਦੀ ਕਮਾਈ ਕਰਕੇ ਆਪ ਦੇ ਵਿੱਚੋਂ ਹਉਮੈ ਦੀ ਰੁਕਾਵਟ ਦੂਰ ਕਰ ਲੈਂਦਾ ਹੈ, ਉਹ ਪਿਆਰਿਓ ਮੁਕਤੀ ਦੇ ਦਵਾਰ ਤੇ ਪਹੁੰਚ ਗਿਆ ਹੈ ਜੀ। जीवन मुक्त सो आखिए जिस विचों हउमੈ जाई। तंदे तावत जाग बांध्या ना बूझे विचार। ਗੁਰੂ ਨਾਨਕ ਸਾਹਿਬ ਕਹਿੰਦੇ ਹੈ ਕਿ ਅਸੀਂ ਪਰਮਾਤਮਾ ਦੀ ਭਗਤੀ ਨਾਲੋਂ ਦੁਨੀਆ ਦੇ ਧੰਦਿਆਂ ਨੂੰ ਉੱਚਾ ਰੱਖਿਆ ਹੋਇਆ ਹੈ, ਪਹਿਲ ਦਿੱਤੀ ਹੋਈ ਹੈ। ਤੋ ਸੰਤ ਕਹਿੰਦੇ ਧੰਦੇ ਕਿਸੇ ਨਾ ਜਿੱਤੀ, ਸਭ ਧੰਦੇ ਜਿੱਤੀ। ਅੱਜ ਤਾਈਂ ਨਾ ਕੋਈ ਸਾਰੇ ਕੰਮ ਮੁਕਾ ਕੇ ਗਿਆ ਹੈ, ਨਾ ਕੋਈ ਮੁਕਾ ਹੀ ਸਕਦਾ ਹੈ। ਇਹਦੇ ਇੱਕ ਪੂਰੇ ਹੋ ਜਾਂਦੇ ਆ, ਚਾਰ ਰਹਿ ਜਾਂਦੇ ਹੈ। ਬਹੁਤ ਸਾਰੇ ਪ੍ਰੇਮੀ ਉੱਥੇ ਮੇਰੇ ਪਾਸ ਜਾਂਦੇ ਹੈ तो ਇੱਥੇ ਵੀ ਮਿਲਦੇ ਹੈ। ਪੁੱਛੀਏ ਸੁਣਾ ਬਈ ਕਿਵੇਂ ਹੈ, ਤੂੰ ਸਤਸੰਗ ਤੇ ਨਹੀਂ ਆਇਆ? ਅੱਗੇ ਜੀ ਘਰੇ ਕਾਰੋਬਾਰ ਸੀ, ਜ਼ਿਮੀਂਦਾਰ ਕਹਿੰਦੇ ਸਾਡਾ ਖੇਤੀ ਦਾ ਕੰਮ ਸੀ। तो मैं ਉਹਨਾਂ ਨੂੰ ਹੱਸ ਕੇ ਕਹਿਣਾ ਹੁੰਦਾ ਹੈ ਕਿ ਦੇਖੋ ਪਿਆਰੇ, खेती मैं भी करता है, मैं भी किसान है। ਕੀ ਹੈ कि एक ने परमार्थ ਨੂੰ ਪਹਿਲ ਦੇ ਰੱਖੀ है तो दुनियावी काम दूसरे नंबर ਤੇ ਰੱਖੇ है। ऐसे प्रेमी ਜਿਹੜੇ ਹੁੰਦੇ ਆ ਇਹ ਨਹੀਂ ਕਿ ਆਪਣਾ ਕਾਰੋਬਾਰ ਛੱਡ ਦਿੰਦੇ ਹੈ, ਬਲਕਿ ਵਿਹਲੇ ਟਾਈਮ ਵਿੱਚ ਉਸੇ ਕੰਮ ਨੂੰ ਜ਼ਿਆਦਾ ਕਰ ਲੈਂਦੇ ਹੈ ਕਿ ਵੀ ਮੈਂ ਸਤਸੰਗ ਤੇ ਜਾਣਾ, ਅਭਿਆਸ ਤੇ 10 ਦਿਨ ਕੱਢਣੇ ਹੈ। ਉਹ ਬਜਾਏ ਆਰਾਮ ਕਰਨ ਦੇ ਉਹ ਮਿਹਨਤ ਨਾ ਕਮਾ ਲੈਂਦੇ ਹੈ ਜੀ। तंदे तावत जाग बांध्या ना बूझे विचार। जम्मण मरण विसारिया मन मुख मुगद गवार। ਅਸੀਂ ਕਿੰਨੇ ਮਨਮੁਖ ਹੈ, ਕਿੰਨੇ ਮਨ ਦੇ ਕਹੇ ਲੱਗ ਚੁੱਕੇ ਹਾਂ, ਕਿੰਨੇ ਅਸੀਂ ਮੂਰਖ ਹੋ ਗਏ, ਕਿੰਨੇ ਗਵਾਰ ਹੋ ਗਏ ਹਾਂ। ਹੋਰ ਤਾਂ ਹੋਰ ਜਦ ਅਸੀਂ ਆਪਣੀਆਂ ਅੱਖਾਂ ਨਾਲ ਆਪਣੇ ਸਾਥੀਆਂ ਨੂੰ ਸੰਸਾਰ ਛੱਡਦਿਆਂ ਨੂੰ ਦੇਖਦੇ ਹਾਂ, ਖੁਦ ਵੀ ਉਹਨਾਂ ਦੇ ਸਾਥ ਹੋ ਕੇ ਸ਼ਮਸ਼ਾਨ ਭੂਮੀ ਦੇ ਵਿੱਚ ਜਾਂਦੇ ਹਾਂ, ਉੱਥੇ ਅੱਗ ਦੇ ਸਪੁਰਦ ਕਰਿਆ ਹੁੰਦੇ ਆ। ਮੌਤ ਤਾਂ ਲੋਕਾਂ ਵਾਸਤੇ ਹੈ, ਸਾਡੇ ਵਾਸਤੇ ਤਾਂ ਐਸ਼ੋ ਇਸ਼ਰਤਾਂ ਹੀ ਹਨ, ਸ਼ਰਾਬਾਂ ਕਬਾਬਾਂ ਹੀ ਹਨ। ਨਹੀਂ ਪਿਆਰਿਓ, ਪਤਾ ਨਹੀਂ ਮੌਤ ਦੀ ਘੰਟੀ ਕਿਸ ਵੇਲੇ ਵੱਜਣੀ ਹੈ। ਸੂਫੀ ਸੰਤ ਫਰੀਦ ਸਾਹਿਬ ਕਹਿੰਦੇ ਹੈ, ਜਿੱਤ ਦਿਹਾੜੇ ਧਨਵਰੇ ਸਾਹੇ ਲੈ ਲਖਾਏ, ਮਲਕ ਜੋ ਕੰਨੀ ਸੁਣੀ ਦਾ ਮੂੰਹ ਦਿਖਾਲੇ ਆਏ। ਜਿੰਦ ਨਵਾਣੀ ਕੱਢੀ ਐ ਹੱਡਾ ਕੁਕੜਕਾਏ, ਸਾਹੇ ਲੇਖੇ ਨਾ ਚੱਲਣੀ ਜਿੰਦੂ ਕੂ ਸਮਝਾਏ। ਜਿੰਦ ਬਹੁਤੇ ਮਰਨ ਵਰ ਲੈ ਜਾਸੀ ਪ੍ਰਣਾਏ, ਆਪਣੇ ਹੱਥੀ ਜੋਲ ਕੇ ਕਹਿ ਗੱਲ ਲੱਗੀ ਤਾਏ। ਵਾਲੋ ਨਿੱਕੀ ਤੁਰਸਲਾਤ ਕੰਨੀ ਨਾ ਸੁਣੀ ਆਏ। तो आप प्यार दे नाल कहते हैं कि प्यारा पता नहीं किस वेले घंटी वजनी है, कित्थे एक्सीडेंट हो जाना है, कित्थे सुत्या पिया ने रह जाना है। सो इस वास्ते आप कहने लगे असी किन्ने मूर्ख हैं, असी अपनी मौत नूं भी भुला के बैठ गए हैं। जम्मण मरण विसारिया मन मुख मुगद गवार। गुर राखे से उबरे सचा शब्द विचार। सुहट पिंजर प्रेम का बोले बोलन
ਨਾਨਕ ਕਹਿੰਦੇ ਇਹ ਸਰੀਰ ਸਾਡਾ ਪਿੰਜਰਾ ਹੈ, ਆਤਮਾ ਪੰਛੀ ਹੈ, ਤੋਤਾ ਹੈ। ਇਸ ਪਿੰਜਰੇ ਨਾਲ ਪਿਆਰ ਪਾ ਕੇ ਕਈ ਪ੍ਰਕਾਰ ਦੀਆਂ ਬੋਲੀਆਂ ਬੋਲਦਾ ਹੈ, ਕਦੇ ਸੁਖ ਦੀ ਬੋਲੀ ਬੋਲਦਾ ਤੇ ਕਦੇ ਦੁੱਖ ਦੀ ਬੋਲੀ ਬੋਲਦਾ ਹੈ ਜੀ। सूहट पिंजर प्रेम का, बोले बोलन हार, साच चुगे अमृत पिए, उड़े ता एका वार। ਗੁਰੂ ਨਾਨਕ ਸਾਹਿਬ ਕਹਿੰਦੇ ਹੈ ਅਗਰ ਇਹ ਪੰਛੀ ਆਤਮਾ ਅਗਰ ਉਸ ਦੁਨੀਆ ਦਾ ਪਿਆਰ ਛੱਡ ਕੇ ਉਸ ਅਨਹਦ ਸ਼ਬਦ ਦਾ ਨਾਮ ਦਾ ਚੋਗਾ ਚੁਗੇ, ਉੱਡਾ ਤੇ ਏਕਾਵਾਰ, ਸੰਸਾਰ ਦੇ ਵਿੱਚ ਇੱਕ ਵਾਰੀ ਫੇਰੀ ਹੈ, ਵਾਰ-ਵਾਰ ਨਹੀਂ ਭੂਤਾਂ ਦੀ ਤਰ੍ਹਾਂ ਆਉਣਾ ਪੈਂਦਾ ਜੀ। साच चुगे अमृत पिए, उड़े ता एका वार, गुर मिलिए खसम पछाणिए, कहो नानक मोख द्वार। ਆਪ ਪਿਆਰ ਨਾਲ ਕਹਿੰਦੇ ਹੈ ਅਗਰ ਕੋਈ ਪੂਰਾ ਮਹਾਤਮਾ ਮਿਲ ਜਾਵੇ, ਉਹ ਪਰਮਾਤਮਾ ਜਿਹੜਾ ਸਾਡੀ ਆਤਮਾ ਦਾ ਪਤੀ ਹੈ, ਖਸਮ ਹੈ, ਉਹਦੀ ਪਛਾਣ ਹੁੰਦੀ ਹੈ। ਕਿਸੇ ਮਹਾਤਮਾ ਦੇ ਸਤਸੰਗ ਦੇ ਵਿੱਚ ਜਾਣਾ, ਮਾਨੋ ਅਸੀਂ ਮੁਕਤੀ ਦੇ ਦੁਆਰ ਉੱਤੇ ਪਹੁੰਚ ਜਾਂਦੇ ਹਾਂ। ਜਦ ਸ਼ਬਦ ਨਾਮ ਪ੍ਰਾਪਤ ਕਰਕੇ ਅਸੀਂ ਕਮਾਈ ਕਰਦੇ ਹਾਂ, ਅਸੀਂ ਮੁਕਤੀ ਪ੍ਰਾਪਤ ਕਰ ਲੈਂਦੇ ਹਾਂ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਹ ਛੋਟੇ ਜਿਹੇ ਸ਼ਬਦ ਦੇ ਅੰਦਰ ਗੁਰੂ ਮਤ ਨੂੰ, ਸੰਤ ਮਤ ਨੂੰ ਬੜੇ ਪਿਆਰ ਨਾਲ ਦੱਸਿਆ ਕਿ ਕਿਸ ਤਰ੍ਹਾਂ ਇਸ ਸੰਸਾਰ ਦੇ ਅੰਦਰ ਸਾਡੀ ਕਿਸ਼ਤੀ ਜਿਹੜੀ ਹੈ, ਵਿਸ਼ੇ ਵਿਕਾਰਾਂ ਦਾ ਮਾਲ ਅਸੀਂ ਭਰ ਕੇ ਇਸ ਨੂੰ ਇਸ ਸਮੁੰਦਰ ਦੇ ਵਿੱਚ ਹਿੱਲੀ ਬੈਠੇ ਹੈ, ਜਿਹਦੇ ਨਾ ਉਰਲੇ ਕਿਨਾਰੇ ਦਾ ਪਤਾ ਨਾ ਪਰਲੇ ਦਾ ਪਤਾ ਹੈ। ਤੋ ਸੰਤ ਮਹਾਤਮਾ ਸਾਨੂੰ ਇਸ ਡਗਮਗਾਉਂਦੀ ਕਿਸ਼ਤੀ ਦੇ ਅੰਦਰ ਜਿਹੜਾ ਪੁੰਨਾ ਪਾਪਾਂ ਦਾ ਬੋਝਾ ਭਰਿਆ ਹੋਇਆ ਹੈ, ਪਾਰ ਕਰਨ ਵਾਸਤੇ ਨਾਮ ਦਾ ਜਹਾਜ਼ ਲੈ ਕੇ ਆਉਂਦੇ ਹੈ। ਜੋ ਲੋਕ ਉਹਨਾਂ ਦੇ ਜਹਾਜ਼ ਵਿੱਚ ਸ਼ਬਦ ਦੇ ਵਿੱਚ ਸਵਾਰ ਹੋ ਜਾਂਦੇ ਹੈ, ਉਹਨਾਂ ਨੂੰ ਉਹ ਲੈ ਕੇ ਭਵਸਾਗਰ ਪਾਰ ਲੈ ਜਾਂਦੇ ਹੈ। ਸੋ ਆ ਪਿਆਰ ਨਾਲ ਕਹਿੰਦੇ ਹੈ ਗੁਰ ਮਿਲਿਆ ਤੋ ਖਸਮ ਪਛਾਣਿਆ। ਅਗਰ ਕੋਈ ਸੰਤ ਮਹਾਤਮਾ ਮਿਲ ਜਾਵੇ ਜਿਸ ਨੇ ਉਹ ਪਰਮਾਤਮਾ ਖਸਮ ਨੂੰ ਪਛਾਣਿਆ ਹੈ, ਉਹਦੇ ਵਿੱਚ ਮਿਲ ਚੁੱਕਿਆ ਹੈ, ਆਪਦੇ ਪਤੀ ਨੂੰ ਜਿਹਨੇ ਆਪਦੇ ਉੱਪਰ ਖੁਸ਼ ਕਰ ਲਿਆ ਹੈ, ਤਾਂ ਅਸੀਂ ਵੀ ਉਹਦੇ ਕਹਿਣ ਦੇ ਮੁਤਾਬਕ ਅਗਰ ਸ਼ਬਦ ਨਾਮ ਦੀ ਕਮਾਈ ਕਰਾਂਗੇ ਤਾਂ ਅਸੀਂ ਵੀ ਮੁਕਤੀ ਪ੍ਰਾਪਤ ਕਰ ਲੈਂਦੇ ਹਾਂ। ਕਹੋ ਨਾਨਕ ਮੋਖ ਦੁਆਰ। ਸੋ ਸਾਨੂੰ ਵੀ ਚਾਹੀਦਾ ਹੈ, ਪਰਮਾਤਮਾ ਨੇ ਜਿਵੇਂ ਦਇਆ ਕਰਕੇ ਸਾਨੂੰ ਇਨਸਾਨ ਦਾ ਜਾਮਾ ਦਿੱਤਾ ਹੈ, ਇਹ ਇੱਕ ਕੀਮਤੀ ਤੋਹਫਾ ਹੈ। ਇਹਦੇ ਵਿੱਚ ਬੈਠ ਕੇ ਸ਼ਬਦ ਨਾਮ ਦੀ ਕਮਾਈ ਕਰਕੇ ਆਪਣੇ ਜੀਵਨ ਨੂੰ ਪਵਿੱਤਰ ਬਣਾਈਏ। साच चुगे अमृत पिए, उड़े ता एका वार, गुर मिलिए खसम पछाणिए,